ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸੱਚ ਪਾਇਆ, ਤ੍ਰਿਸ਼ਨਾ ਤਜ ਵਿਕਾਰ। ਗੁਰ ਸ਼ਬਦੀ ਮਨ ਰੰਗਿਆ, ਰਸਨਾ ਪ੍ਰੇਮ ਪਿਆਰ। ਬਿਨ ਸਤ ਗੁਰ ਕਿਨੈ ਨਾ ਪਾਇਓ, ਕਰ ਵੇਖੋ ਮਨ ਵਿਚਾਰ। ਮਨ ਮੁਖ ਮੈਲ ਨ ਉਤਰੈ, ਜਿਚਰ ਗੁਰੂ ਸ਼ਬਦ ਨਾ ਕਰੇ ਪਿਆਰ। ਮਨ ਮੇਰੇ ਸਤ ਗੁਰ ਕੈ ਭਾਣੈ ਚੱਲ। ਮਨ ਮੇਰੇ ਸਤ ਗੁਰ ਕੈ ਭਾਣੈ ਚੱਲ। ਨਿਜ ਘਰ ਵਸਹਿ ਅੰਮ੍ਰਿਤ ਪੀਵੈ, ਤਾਂ ਸੁਖ ਲਹਿ ਮਹੱਲ ਰਹਾਉ। ਔ ਗੁਣਵੰਤੀ ਗੁਣ ਕੋ ਨਹੀਂ, ਬਾਹਣ ਨਾ ਮਿਲੈ ਹਦੂਰ। ਮਨ ਮੁਖ ਸ਼ਬਦ ਨਾ ਜਾਣਈ, ਆਵਗਣ ਸੋ ਪ੍ਰਭ ਦੂਰ। ਜਿਨੀ ਸੱਚ ਪਛਾਣਿਆ, ਸੱਚ ਰਤੇ ਭਰਪੂਰ। ਗੁਰ ਸ਼ਬਦੀ ਮਨ ਬੇਦਿਆ, ਪ੍ਰਭ ਮਿਲਿਆ ਆਪ ਹਦੂਰ। ਆਪੇ ਰੰਗਣ ਰੰਗਿਓਣ, ਸ਼ਬਦੇ ਲਿਓਣ ਮਿਲਾਏ। ਸੱਚਾ ਰੰਗ ਨ ਉਤਰੈ, ਜੋ ਸੱਚ ਰਤੇ ਲਿਵ ਲਾਏ। ਚਾਰੇ ਕੁੰਡਾਂ ਭਵ ਥਕੇ, ਮਨ ਮੁਖ ਬੂਝ ਨਾ ਪਾਏ। ਜਿਸ ਸਤਿਗੁਰੂ ਮੇਲੇ, ਸੋ ਮਿਲੈ ਸੱਚੈ ਸ਼ਬਦ ਸਮਾਏ। ਮਿੱਤਰ ਕਨੇਰੇ ਕਰ ਥਕੀ, ਮੇਰਾ ਦੁਖ ਕਾਟੈ ਕੋਇ। ਮਿੱਤਰ ਕਨੇਰੇ ਕਰ ਥਕੀ, ਮੇਰਾ ਦੁਖ ਕਾਟੈ ਕੋਇ। ਮਿਲ ਪ੍ਰੀਤਮ ਦੁਖ ਕਟਿਆ, ਸ਼ਬਦ ਮਿਲਾਵਾ ਹੋਏ। ਸੱਚ ਖਟਣਾ ਸੱਚ ਰਾਸ ਹੈ, ਸੱਚੇ ਸੱਚੀ ਸੋਏ। ਸੱਚ ਮਿਲੇ ਸੇ ਨਾ ਵਿਛੜੈ, ਨਾਨਕ ਗੁਰਮੁਖ ਹੋਏ। ਸੱਚ ਮਿਲੇ ਸੇ ਨਾ ਵਿਛੜੈ, ਨਾਨਕ ਗੁਰਮੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਬਰਕਤ, ਰਹਿਮਤ ਤੇ ਬਖਸ਼ਿਸ਼ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਸਵਾਸਾਂ ਦੀ ਮਹੌਲਤ ਮਿਲੀ ਹੈ। ਤੇ ਇਹ ਜਿਹੜਾ ਸ਼ਬਦ ਆਪ ਜੀ ਨੇ ਅੱਜ ਹੁਣੇ ਸਰਵਣ ਕੀਤਾ ਹੈ, ਇਹ 59 ਨੰਬਰ ਸ਼ਬਦ ਆ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚੋਂ ਸ਼੍ਰੀ ਰਾਗ ਦਾ, ਤੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ ਨੰਬਰ 37 ਦੇ ਉੱਪਰ ਸੁਭਾਏਮਾਨ ਹੈ। ਸ਼ਬਦ ਦੇ ਕੁੱਲ 4 ਬੰਦ ਨੇ, ਇੱਕ ਬੰਦ ਰਹਾਉ ਦਾ ਹੈ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਮਨ ਦੀ ਮੱਤ ਪਿੱਛੇ ਲੱਗਣ ਵਾਲੇ ਮਨਮੁਖ ਨੂੰ ਤੇ ਗੁਣਵੰਤੀ ਤੇ ਅਵਗੁਣਵੰਤੀ ਦੀ ਕਥਾ ਬਿਆਨ ਕੀਤੀ ਹੈ ਕਿ ਜਿਹਦੇ ਅੰਦਰ ਗੁਣ ਟਿਕ ਜਾਂਦੇ ਨੇ, ਉਹਦੇ ਅੰਦਰ ਦੀ ਅਵਸਥਾ ਕਿਹੋ ਜਿਹੀ ਬਣਦੀ ਹੈ, ਤੇ ਜੋ ਅਵਗੁਣਿਆਰੀ ਜੀਵਨ ਜਿਉਂਦੀ ਹੈ ਜੀਵ ਇਸਤਰੀ, ਉਹਦੀ ਹਾਲਾਤ ਕਿਹੋ ਜਿਹੇ ਬਣਦੇ ਹਨ। ਇਸ ਵਿਸ਼ੇ ਨੂੰ, ਇਸ ਸਬਜੈਕਟ ਨੂੰ
ਸਤਿਗੁਰੂ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਖੋਲ੍ਹਿਆ। ਸੋ ਆਓ ਸਮਾਂ ਸਤਿਗੁਰੂ ਗੁਰਦੇਵ ਜੀ ਦੇ ਹੁਕਮ ਦੇ ਨਾਲ ਜੋ ਮਿਲਿਆ ਉਹਨੂੰ ਸਫਲ ਬਣਾਈਏ, ਪਾਵਨ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜੀਏ। ਰਹਾਉ ਦੇ ਬੰਦ ਤੋਂ ਗੁਰਮਤਿ ਦੀ ਵਿਚਾਰ ਸ਼ੁਰੂਆਤ ਕਰਨ ਲੱਗੇ ਹਾਂ। ਅੱਜ ਦਾ ਪਾਵਨ ਸ਼ਬਦ ਆ, ਮਨ ਮੇਰੇ ਸਤਿਗੁਰ ਕੈ ਭਾਣੈ ਚੱਲ। ਹੁਣ ਧਿਆਨ ਦੇਣਾ, ਬਾਰ-ਬਾਰ ਮੈਂ ਇੱਥੇ ਆਪ ਜੀ ਦਾ ਧਿਆਨ ਜ਼ਰੂਰ ਕੇਂਦਰਿਤ ਕਰਨਾ ਚਾਹੁੰਦਾ ਹੁੰਨਾ। ਸਤਿਗੁਰੂ ਜੀ ਨੇ ਮਨ ਦੇ ਪਰਥਾਏ ਜਿਤਨੇ ਵੀ ਉਪਦੇਸ਼ ਨੇ ਗੁਰਬਾਣੀ ਦੇ ਵਿੱਚ, ਉਹਦੇ ਵਿੱਚ ਕਿਤੇ ਵੀ ਆਪਣੇ ਆਪ ਨੂੰ ਬਾਹਰ ਨਹੀਂ ਰੱਖਿਆ। ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਵਿੱਚ ਨਾਲ ਸਾਡੇ ਸ਼ਾਮਲ ਕੀਤਾ, ਕਿਉਂਕਿ ਸਤਿਗੁਰੂ ਜੀ ਦੇ ਸਮਝਾਉਣ ਦਾ ਢੰਗ ਬਹੁਤ ਹੀ ਮਿੱਠਾ ਤੇ ਬੜਾ ਪਿਆਰਾ ਹੈ। ਕਿਉਂਕਿ ਜਦੋਂ ਅਸੀਂ ਤੂੰ ਕਹਿ ਕੇ ਗੱਲ ਕਰਦੇ ਹਾਂ, ਦੂਸਰੇ ਨੂੰ ਸੰਬੋਧਨ ਕਰਦੇ ਹਾਂ ਨਾ, ਤੇ ਉਹ ਗੱਲ ਅਸਰ ਨਹੀਂ ਕਰਦੀ। ਕਿਉਂਕਿ ਮਨੁੱਖ ਦਾ ਇੱਕ ਸੁਭਾਅ ਹੈ ਕਿ ਮਨੁੱਖ ਇਹ ਸੋਚਦਾ ਹੈ ਕਿ ਮੇਰੇ ਮੂੰਹ ਤੇ ਕੋਈ ਮੈਨੂੰ ਅਵਗੁਣਿਆਰੀ ਨਾ ਕਵੇ, ਮੇਰੇ ਮੂੰਹ ਤੇ ਜਿਹੜਾ ਵੀ ਮੈਨੂੰ ਕਵੇ ਉਹ ਇਹੀ ਸਿਫਤ ਕਰੇ, ਭਾਈ ਆ ਬੜਾ ਗੁਰਮੁਖ ਆ, ਬੜਾ ਨਾਮ ਰਸੀਆ ਹੈ, ਇਹ ਬੜਾ ਭਗਤ ਆ। ਮਨੁੱਖ ਮੂੰਹ ਤੇ ਇਹੀ ਸੁਣਨਾ ਚਾਹੁੰਦਾ ਹੈ। ਪਿੱਠੇ ਪਿੱਛੇ ਭਾਵੇਂ ਤੁਸੀਂ ਉਹਨੂੰ ਜੋ ਮਰਜ਼ੀ ਗਾਲਾਂ ਕੱਢ ਲਓ, ਜੋ ਮਰਜ਼ੀ ਕਹਿ ਦਿਓ, ਉਹ ਸੁਣ ਲੈਂਦਾ ਹੈ। ਭਾਵੇਂ ਉਹਦੇ ਕੰਨਾਂ ਤੱਕ ਪਹੁੰਚ ਵੀ ਜਾਣ ਤਾਂ ਵੀ ਸੁਣ ਲਏਗਾ, ਪਰ ਮੂੰਹ ਤੇ ਨਹੀਂ ਸੁਣੇਗਾ। ਹੁਣ ਸਤਿਗੁਰੂ ਜੀ ਨੂੰ ਇਹਦੀਆਂ ਇਹਨਾਂ ਕਮਜ਼ੋਰੀਆਂ ਦਾ ਪਤਾ ਹੈ। ਸਤਿਗੁਰੂ ਜੀ ਚਾਹੁੰਦੇ ਨੇ ਕਿ ਇਹਦੇ ਜੀਵਨ ਦੇ ਵਿੱਚ ਸੁਧਾਰ ਹੋਵੇ, ਤੇ ਸੁਧਾਰਨ ਵਾਸਤੇ ਪਾਤਸ਼ਾਹ ਜੀ ਆਪਣੇ ਆਪ ਨੂੰ ਵਿੱਚ ਰੱਖ ਲੈਂਦੇ ਨੇ। ਭਾਈ ਮੈਂ ਗੱਲ ਆਪਣੇ ਤੋਂ ਚਾਲੂ ਕਰ ਲਵਾਂ ਤਾਂ ਕਿ ਤੈਨੂੰ ਗੱਲ ਸਮਝ ਆ ਜਾਵੇ, ਪਕੜ 'ਚ ਆ ਜਾਵੇ। ਗੁਰੂ ਸਾਹਿਬ ਜੀ ਦਾ ਢੰਗ ਬਹੁਤ ਪਿਆਰਾ ਹੈ। ਅੱਜ ਮੇਰੇ ਵਰਗੇ ਪ੍ਰਚਾਰਕ ਤੇ ਅਹੰਗ ਤੇ ਅਹੰਕਾਰ ਦੇ ਮਾਰੇ ਮੂੰਹ ਤੋਂ ਕੌੜੇ ਬੋਲੀ ਬੋਲਦੇ ਨੇ, ਆਪਣੇ ਆਪ ਨੂੰ ਗੁਰਮੁਖ ਭਗਤ ਸਾਬਤ ਕਰਨ 'ਚ ਲੱਗੇ ਨੇ ਤੇ ਸੰਗਤ ਨੂੰ ਉਪਦੇਸ਼ ਦੇ ਰਹੇ ਨੇ, ਜਦਕਿ ਐਸਾ ਨਹੀਂ ਹੈ। ਜਦੋਂ ਸਤਿਗੁਰੂ ਜੀ ਇਹ ਕਹਿੰਦੇ ਨਾ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਉਹਦੇ ਵਿੱਚ ਸਾਰਿਆਂ ਨੂੰ ਉਪਦੇਸ਼ ਆ ਵੀ ਆਓ ਰਲ ਮਿਲ ਕੇ ਬਈਏ, ਵਿਚਾਰ ਕਰੀਏ ਗੁਰਮਤਿ ਦੀ। ਕਿਉਂਕਿ ਜੀਵਨ ਜਿਹੜਾ ਹੈ ਨਾ ਬੜਾ ਥੋੜਾ ਹੈ। ਆਪਾਂ ਨੂੰ ਵੇਖਣ ਨੂੰ ਇੰਜ ਲੱਗਦੀ ਹੈ ਵੀ ਜ਼ਿੰਦਗੀ ਜਿਹੜੀ ਹੈ ਨਾ, ਚੇਤਾ ਰੱਖਿਓ ਕਿ ਮਨੁੱਖ ਸਾਰੀ ਉਮਰ ਪੈਸੇ ਬੈਂਕ ਦੇ ਵਿੱਚ ਇਕੱਠੇ ਕਰਨ ਵਿੱਚ ਲਾਉਂਦਾ ਰਹਿੰਦਾ ਹੈ। ਇਹ ਮਨੁੱਖ ਨੂੰ ਇਸ ਗੱਲ ਦਾ ਪਤਾ ਹੈ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਇਹਦੇ ਨਾਲ ਮੈਂ 4-5 ਸਾਲ ਆਰਾਮ ਦੇ ਨਾਲ ਬਿਨਾਂ ਕੁਝ ਕੀਤਿਆਂ ਵੀ ਕੱਢ ਸਕਦਾ ਹੈ, ਪਤਾ ਇਹਨੂੰ। ਪਰ ਇਹਨੂੰ ਇਹ ਨਹੀਂ ਪਤਾ ਕਿ ਪਤਾ ਨਹੀਂ ਉਹ ਪੈਸੇ ਵਰਤਣ ਜੋਗਾ ਮੈਨੂੰ ਸਮਾਂ ਮਿਲਣਾ ਕਿ ਨਹੀਂ ਮਿਲਣਾ। ਇੱਕ ਸੈਕਿੰਡ ਦੀ ਜ਼ਿੰਦਗੀ ਦਾ ਨਹੀਂ ਪਤਾ ਕਿ ਮਿਲਣੀ ਕਿ ਨਹੀਂ ਮਿਲਣੀ। ਹੁਣ ਇਹਦਾ ਧਿਆਨ ਜਿਸ ਗੱਲ ਤੇ ਕੇਂਦਰਿਤ ਹੋਣਾ ਚਾਹੀਦਾ ਸੀ ਉਹਦੇ ਵੱਲ ਨਹੀਂ ਹੈ। ਇਹਦੀ ਇਸ ਵੱਲ ਕੇਂਦਰਿਤ ਨਹੀਂ ਇਹਦਾ ਧਿਆਨ ਕਿ ਪਤਾ ਨਹੀਂ ਮੇਰੀ ਜ਼ਿੰਦਗੀ ਦਾ ਇੱਕ ਸੈਕਿੰਡ ਵੀ ਅੱਗੇ ਲਮਾ ਜਿਹੜਾ ਤੁਰਨਾ ਕਿ ਨਹੀਂ ਤੁਰਨਾ, ਇਹਦੇ ਵੱਲ ਬਿਲਕੁਲ ਵੀ ਇਹਦਾ ਧਿਆਨ ਨਹੀਂ ਹੈ। ਹਾਂ, ਇਹਦਾ ਧਿਆਨ ਇਹ ਜ਼ਰੂਰ ਹੈ ਵੀ ਇਤਨੀ ਦੌਲਤ, ਇਤਨਾ ਪੈਸਾ, ਇੰਨੀ ਜ਼ਮੀਨ ਜਾਇਦਾਦ, ਇੰਨੀਆਂ ਕੋਠੀਆਂ, ਇੰਨੇ ਬੰਗਲੇ, ਇੰਨੀਆਂ ਗੱਡੀਆਂ ਜ਼ਰੂਰ ਬਣਾ ਲਵਾਂ ਕਿ ਆਰਾਮ ਨਾਲ ਬਹਿ ਕੇ ਖਾਵਾਂ। ਸਤਿਗੁਰੂ ਕਹਿੰਦੇ ਜਦ ਕਿ ਚਾਹੀਦਾ ਤੇ ਇਹ ਸੀ ਕਿ ਜੀਵਨ ਇਸ ਉੱਪਰ ਕੇਂਦਰਿਤ ਹੁੰਦਾ ਕਿ ਮੈਂ ਆਪਣੇ ਜੀਵਨ ਨੂੰ ਕਿਵੇਂ ਸੰਭਾਲਣਾ ਹੈ। ਅੱਜ ਦੀ ਡੇਟ ਦੇ ਵਿੱਚ ਨਾ ਬਹੁਤ ਸਿਆਣੇ, ਕਈ ਸਮਝਦਾਰ ਵੀ ਇਨਸਾਨ ਮਿਲਦੇ ਨੇ ਜਿਹੜੇ ਇਸ ਗੱਲ ਤੇ ਵੀ ਨੇ ਕਿ ਭਾਈ ਇੱਕ ਫਿਜ਼ੀਕਲ ਫਿਟਨੈਸ ਵੀ ਮਨੁੱਖ ਦੀ ਬੜੀ ਹੋਣੀ ਜ਼ਰੂਰੀ ਹੈ। ਗੁਰਬਾਣੀ ਨੇ ਵੀ ਇਸ ਗੱਲ ਦੇ ਉੱਤੇ ਬੜੀ ਜ਼ੋਰ ਦਿੱਤਾ ਹੈ ਵੀ ਤੇਰਾ ਮਨ ਨਿਰਮਲ ਹੋਣਾ ਚਾਹੀਦਾ ਹੈ, ਕਿਉਂਕਿ ਜੇ ਮਨ ਨਿਰਮਲ ਹੈ ਤੇ ਸਰੀਰ ਨਿਰਮਲ ਹੋਵੇਗਾ। ਜੇ ਮਨ ਹੀ ਮੈਲਾ ਹੈ, ਸਰੀਰ ਤੇ ਆਪੇ ਰੋਗੀ ਹੋਵੇਗਾ, ਕਿਉਂਕਿ ਚਲਾਉਣ ਵਾਲਾ ਹੀ ਮੈਲਾ ਹੈ। ਜਿਹੜਾ ਸਾਰਥੀ ਹੈ, ਜਿਹੜਾ ਡਰਾਈਵਰ ਹੈ, ਉਹੀ ਮੈਲਾ ਹੈ, ਉਹਦੇ ਹੀ ਮੈਲੇ ਵਿਚਾਰ ਨੇ, ਉਹੀ ਮੈਲੇ ਖਿਆਲਾਂ ਵਾਲਾ ਹੈ, ਤੇ ਗੱਡੀ ਕਿਵੇਂ ਸਿੱਧੀ ਮੰਜ਼ਿਲ ਤੇ ਪਹੁੰਚ ਜਾਵੇਗੀ। ਹੁਣ ਗੁਰਬਾਣੀ ਦੇ ਉਪਦੇਸ਼ ਸਤਿਗੁਰੂ ਜੀ ਦੇ ਬਾਰ-ਬਾਰ ਵੱਖ-ਵੱਖ ਉਦਾਹਰਨਾਂ ਦੇ ਕੇ, ਵੱਖ-ਵੱਖ ਐਗਜ਼ਾਮਪਲਸ ਦੇ ਕੇ ਸਤਿਗੁਰੂ ਜੀ ਇਹ ਗੱਲ ਪੱਕੀ ਦ੍ਰਿੜ ਇਹਦੇ ਜੀਵਨ 'ਚ ਕਰਨਾ ਚਾਹੁੰਦੇ ਨੇ ਕਿ ਇਹ ਮਨੁੱਖ ਜੇ ਜ਼ਿੰਦਗੀ ਨੂੰ ਬੜਾ ਪਿਆਰ ਨਾਲ ਜਿਉਣਾ ਚਾਹੁੰਦਾ ਹੈ, ਚਿੰਤਾਵਾਂ ਤੋਂ ਮੁਕਤ ਹੋ ਕੇ ਜੀਵਨ ਜਿਉਣਾ ਚਾਹੁੰਦਾ, ਤੇ ਗੱਲ ਪਤਾ ਕੀ ਕਰ, ਪਰਮਾਤਮਾ ਦੀ ਰਜ਼ਾ ਚਾਹ। ਪਹਿਲਾਂ ਇਹ ਗੱਲ ਸਮਝ ਕਿ ਤੇਰੇ ਉੱਪਰ ਇੱਕ ਸੁਪਰ ਪਾਵਰ ਆ ਜਿਹਨੂੰ ਪਰਮਾਤਮਾ ਕਿਹਾ ਹੈ, ਜਿਹਨੂੰ ਅਕਾਲ ਪੁਰਖ ਕਿਹਾ ਹੈ, ਜਿਹਨੂੰ ਅੱਲਾ ਕਿਹਾ ਹੈ, ਜਿਹਨੂੰ ਰਾਮ ਕਿਹਾ ਹੈ, ਜਿਹਨੂੰ ਰਹੀਮ ਕਿਹਾ ਹੈ। ਉਹ ਇੱਕ ਹੀ ਹੈ, ਉਹਦੇ ਨਾਮ ਵੱਖਰੇ ਵੱਖਰੇ ਦੇ ਦਿੱਤੇ ਨੇ, ਹੈ ਇੱਕ ਆ। ਉਹ ਤੇਰਾ ਸਭ ਕੁਝ ਤੇਰੇ ਨਾਲ ਆ, ਤੂੰ ਫਿਕਰ ਕਾਹਤੋਂ ਕਰਦਾ ਹੈ? ਬਸ ਤੇਰਾ ਇਹ ਜੀਵਨ ਹੈ ਕਿ ਤੂੰ ਸੱਚ ਦੇ ਰਸਤੇ ਤੇ ਤੁਰੇ, ਕਿਉਂਕਿ ਪਰਮਾਤਮਾ ਸੱਚ ਆ
ਤੂੰ ਸੱਚ ਜੀਵਨ ਜੀਵੇਂ। ਕਿਉਂਕਿ ਜੇ ਮਨੁੱਖ ਦੀ ਜ਼ਿੰਦਗੀ ਦੀ ਪਤਾ ਕੀ ਹੈ ਤਰਾਸਦੀ, ਇੱਕ ਹੋਰ ਗੱਲ ਦੱਸ ਦੇਵਾਂ, ਮਨੁੱਖ ਇਹ ਚਾਹੁੰਦਾ ਹੈ ਕਿ ਮੈਂ ਭਾਵੇਂ ਕਿੰਨੀ ਵੱਡੀ ਚੋਰੀ ਕਰਾਂ, ਮੈਂ ਅਵਗੁਣਿਆਰੀ ਹੋਵਾਂ, ਗੁਨਾਹਗਾਰ ਹਾਂ, ਮੈਂ ਪਖੰਡੀ ਹਾਂ, ਸਭ ਠੀਕ ਆ, ਪਰ ਇਹ ਨਹੀਂ ਚਾਹੁੰਦਾ ਕਿ ਕੋਈ ਮੈਨੂੰ ਧੋਖਾ ਦੇਵੇ। ਤੁਸੀਂ ਕਦੀ ਖਿਆਲ ਕਰਨਾ ਮਨੁੱਖ ਨੂੰ, ਹਰ ਮਨੁੱਖ ਇਹ ਕਹਿੰਦਾ ਨਜ਼ਰ ਆਵੇਗਾ, ਮੈਨੂੰ ਜੀ ਝੂਠਾ ਬੰਦਾ ਬੜਾ ਮੈਨੂੰ ਝੂਠਾ ਬੰਦਾ ਜਿਹੜਾ ਨਾ ਉਹਦੇ ਨਾਲ ਮੈਨੂੰ ਬੜੀ ਨਫ਼ਰਤ ਆ, ਮੈਂ ਝੂਠੇ ਮਨੁੱਖ ਦੇ ਨਾਲ ਇੱਕ ਦਿਨ ਨਹੀਂ ਤੁਰ ਸਕਦਾ। ਬੰਦਾ ਇਹਨੂੰ ਪੁੱਛੇ ਵੀ ਤੂੰ ਕਿੰਨਾ ਕੁ ਸੱਚਾ ਹੈ। ਮਨੁੱਖ ਦੀ ਇਹ ਕੋਸ਼ਿਸ਼ ਆ ਕਿ ਭਾਈ ਮੈਂ ਹਰ ਇੱਕ ਨਾਲ ਧੋਖਾ ਕਰਾਂ, ਹਰ ਇੱਕ ਨਾਲ ਚੋਰੀ ਕਰਾਂ, ਹਰ ਇੱਕ ਨਾਲ ਬੇਈਮਾਨੀ ਕਰਾਂ, ਪਰ ਮੇਰੇ ਨਾਲ ਨਾ ਕੋਈ ਕਰੇ। ਕਿਉਂ? ਕਿਉਂਕਿ ਅੰਦਰ ਕਿਤੇ ਨਾ ਕਿਤੇ ਇਹ ਗੱਲ ਵਸੀ ਹੋਈ ਹੈ, ਭਾਈ ਆਹ ਝੂਠ ਆ, ਪਰ ਦੂਸਰਿਆਂ ਨੂੰ ਬੋਲ ਰਿਹਾ, ਲੁਕਾ ਕੇ ਫਿਰ ਕੋਸ਼ਿਸ਼ ਕਰ ਰਿਹਾ ਵੀ ਲੁਕਿਆ ਰਵੇਗਾ। ਪਰ ਸਿਆਣਾ ਮਨੁੱਖ ਸਮਝ ਜਾਂਦਾ ਵੀ ਇਹ ਮਨੁੱਖ ਕਿੱਥੇ ਬੋਲ ਰਿਹਾ ਹੈ। ਗੱਲ ਪਤਾ ਕੀ ਹੈ, ਜੇ ਅੰਦਰ ਸੱਚ ਆ ਤੇ ਸੱਚ ਚਾਹੁੰਦਾ ਹੈ, ਪਰ ਸੱਚ ਜਿਹੜਾ ਹੈ ਨਾ ਉਹਨੂੰ ਜੀਵਨ 'ਚ ਵਸਾਉਣਾ ਨਹੀਂ ਚਾਹੁੰਦਾ। ਹੁਣ ਸਾਹਿਬ ਜੀ ਕਹਿੰਦੇ, ਬੜਾ ਸਾਫ਼ ਸ਼ਬਦਾਂ 'ਚ ਕਲੀਅਰ ਕੀਤੀ ਗੁਰੂ ਜੀ ਨੇ ਗੱਲ, ਮਨ ਮੇਰੇ ਸਤ ਗੁਰ ਕੈ ਭਾਣੈ ਚੱਲ। ਹੇ ਮੇਰੇ ਮਨ, ਸਤਿਗੁਰ ਦੀ ਰਜ਼ਾ ਦੇ ਵਿੱਚ ਤੁਰ। ਭਾਣਾ ਕੀ ਹੈ? ਰਜ਼ਾ, ਹੁਕਮ। ਹੁਣ ਗੁਰਬਾਣੀ ਦੇ ਵਿੱਚ ਬਾਰ-ਬਾਰ ਸਤਿਗੁਰੂ ਜੀ ਨੇ ਭਾਣੇ ਮੰਨਣ ਦੀ ਗੱਲ ਸਮਝਾਈ, ਕਿਉਂਕਿ ਸਿੱਖ ਨੂੰ ਪਹਿਲਾਂ ਪ੍ਰਭਾਸ਼ਿਤ ਇਹ ਕੀਤਾ ਹੈ। ਜਪਜੀ ਸਾਹਿਬ ਦੀ ਆਪਾਂ ਇੱਕ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਵਾਂ ਇੱਥੇ ਬਖਸ਼ਿਸ਼, ਜਿਹੜੀ ਆਪਾਂ ਰੋਜ਼ ਪੜ੍ਹਦੇ ਹਾਂ। ਸਭ ਕਹਿੰਦੇ ਬੰਦ ਖਲਾਸੀ ਭਾਣੇ ਹੋਏ। ਬੰਦ ਦਾ ਅਰਥ ਆ ਬੰਧਨ। ਬੰਧਨ ਕਿਹੜੇ ਨੇ ਸਾਡੇ ਜੀਵਨ 'ਚ? ਕਿਤੇ ਕਮਜ਼ੋਰੀ ਹੈ ਪੁੱਤਰਾਂ ਦੀ, ਮੋਹ ਮਾਇਆ ਦਾ ਬੰਧਨ ਆ, ਲਾਲਚ ਦਾ ਬੰਧਨ ਆ, ਝੂਠ ਫਰੇਬ ਦਾ ਬੰਧਨ ਆ। ਇਹ ਸਾਰੇ ਬੰਧਨ ਅਸੀਂ ਆਪਣੇ ਪੈਰਾਂ 'ਚ ਬੰਨੇ ਹੋਏ ਨੇ। ਜਿਵੇਂ ਤੁਸੀਂ ਖਿਆਲ ਕਰਨਾ, ਪਿੰਡਾਂ 'ਚ ਆਪਾਂ ਮੱਝਾਂ ਚਾਰਦੇ ਹੁੰਦੇ ਸਾਂ, ਤੇ ਤੁਸੀਂ ਕਦੀ ਖਿਆਲ ਮੱਝਾਂ ਦੇ ਨਾ ਗਲ ਦੇ ਵਿੱਚ ਇੱਕ ਰੱਸਾ ਬੰਨ੍ਹ ਦਿੱਤਾ ਜਾਂਦਾ ਤੇ ਉਹਦੇ ਕਿੱਲੇ ਨਾਲ ਉਹਦੇ ਅੰਦਰ ਇੱਕ ਢਿੱਲ ਦਿੱਤੀ ਜਾਂਦੀ, ਭਾਈ ਇੱਥੇ ਤੱਕ ਹੀ ਤੂੰ ਚਰ ਸਕਦੀ ਹੈ। ਇਵੇਂ ਹੀ ਅਸੀਂ ਕੀ ਕੀਤਾ ਹੈ, ਅਸੀਂ ਬੰਧਨ ਬੰਨ੍ਹਿਆ ਹੈ। ਪਾਵਾ ਕਿਹੜਾ ਹੈ? ਸਾਡਾ ਮਾਇਆ ਦਾ। ਅਸੀਂ ਮਾਇਆ ਨਾਲ, ਖੂੰਟੇ ਨਾਲ ਆਪਣੇ ਆਪ ਨੂੰ ਬੰਨ੍ਹ ਦਿੱਤਾ ਹੈ। ਹੁਣ ਉਹਦੇ ਆਲੇ ਦੁਆਲੇ ਘੁੰਮੀ ਜਾ ਰਹੇ ਹਾਂ, ਉਹਦੇ ਆਲੇ ਦੁਆਲੇ ਘੁੰਮੀ ਜਾ ਰਹੇ ਹਾਂ। ਸਾਡੀ ਸੋਚ ਦਾ ਜਿੰਨਾ ਟਾਰਗੇਟ ਆ, ਸਾਡੀ ਸੋਚ ਦਾ ਜਿੰਨਾ ਨਿਸ਼ਾਨਾ ਹੈ, ਮਾਇਆ ਤੋਂ ਚਾਲੂ ਹੁੰਦਾ ਹੈ, ਮਾਇਆ ਤੇ ਆ ਕੇ ਮੁੱਕਦਾ ਹੈ। ਮਾਇਆ ਧਨ ਦੌਲਤ ਨਹੀਂ, ਮੈਂ ਬਾਰ-ਬਾਰ ਬੇਨਤੀ ਕਰਦਾ, ਇਹ ਇੱਕ ਮਾਇਆ ਦਾ ਪੱਖ ਆ। ਪੈਸਾ ਕਮਾਉਣਾ, ਧਨ ਇਕੱਠਾ ਕਰਨਾ, ਹਰ ਇੱਕ ਚੀਜ਼ ਉਹ ਮਾਇਆ ਹੈ। ਪਹਿਲਾ ਪਿਆਰ ਪ੍ਰਮਾਤਮਾ ਦਾ ਹੈ, ਜਿਹੜਾ ਨਿਰਮਲ ਤੇ ਨਿਰੋਲ ਸੱਚ ਆ, ਜਿਹਦੇ ਵਿੱਚ ਕੋਈ ਮੈਲ ਨਹੀਂ। ਦੂਸਰਾ ਜਿਹੜਾ ਸਾਡੇ ਜੀਵਨ 'ਚ ਵੱਡੇ ਪੱਧਰ ਤੇ ਘਰ ਕੀਤਾ ਹੈ, ਉਹ ਮਾਇਆ ਦਾ ਹੈ। ਪਹਿਲਾ ਪ੍ਰੇਮ ਸਾਡੇ ਜੀਵਨ 'ਚੋਂ ਮਾਈਨਸ ਹੋਇਆ ਪਿਆ ਹੈ ਪ੍ਰਮਾਤਮਾ ਦਾ। ਅਸੀਂ ਮਾਇਆ ਵਾਸਤੇ ਰੱਬ ਦੀ ਪੂਜਾ ਕਰ ਰਹੇ ਹਾਂ, ਰੱਬ ਵਾਸਤੇ ਨਹੀਂ। ਅਸੀਂ ਮਾਇਆ ਦੀ ਪ੍ਰਾਪਤੀ ਵਾਸਤੇ, ਕਿਉਂਕਿ ਇਹ ਧਾਰਮਿਕ ਗ੍ਰੰਥਾਂ 'ਚੋਂ ਅਸੀਂ ਪੜ੍ਹਿਆ ਹੈ ਜਾਂ ਪੁਰਾਣੇ ਬਜ਼ੁਰਗਾਂ ਕੋਲੋਂ ਸੁਣਿਆ ਹੈ, ਭਾਈ ਜੇ ਪੈਸਾ ਚਾਹੀਦਾ ਤੇ ਰੱਬ ਅੱਗੇ ਮੱਥਾ ਟੇਕਿਆ ਕਰ, ਰੱਬ ਖਜ਼ਾਨੇ ਭਰ ਦਿੰਦਾ ਹੈ, ਤਜ਼ੋਰੀਆਂ ਭਰ ਦਿੰਦਾ ਹੈ। ਇਸੇ ਕਰਕੇ ਤੇ ਅੱਜ ਕੋਈ ਸਵਾਵਾਂ ਦੀ ਪੁੜੀ ਲੈ ਕੇ ਆਪਣੇ ਗੋਲਕਾਂ 'ਚ ਰੱਖ ਲਿਆ। ਮੈਨੂੰ ਇੱਕ ਵਾਰੀ ਅਮਰੀਕਾ ਦੀ ਗੱਲ ਆ, ਮੈਨੂੰ ਇੱਕ ਟਰੱਕ ਵੀਰ ਮਿਲਿਆ, ਟਰੱਕ ਚਲਾਉਣ ਵਾਲਾ। ਉਹਨੇ ਆਪਣੇ ਜਿਹੜਾ ਡੈਸ਼ਬੋਰਡ ਹੁੰਦਾ ਹੈ ਉਹਦੇ ਉੱਪਰ ਇੱਕ ਨਿੱਕੀ ਜਿਹੀ ਬੋਤਲ ਰੱਖੀ। ਮੈਂ ਕਿਹਾ ਜੀ ਇਹ ਬੋਤਲ ਕਾਹਦੀ? ਜੀ ਇਹ ਅੰਮ੍ਰਿਤ ਆ ਜੀ, ਇਹ ਅੰਮ੍ਰਿਤ ਲਿਆਂਦਾ ਅਸੀਂ ਹਜੂਰ ਸਾਹਿਬ ਤੋਂ, ਤੇ ਇਹ ਅੰਮ੍ਰਿਤ ਜਿਹੜਾ ਵਾ ਨਾ ਇੱਥੇ ਰੱਖਿਆ, ਐਕਸੀਡੈਂਟ ਵਗੈਰਾ ਕੋਈ ਨਾ ਹੋਵੇ, ਐਨ ਬਿਲਕੁਲ ਵਧੀਆ ਜੀਵਨ ਲੰਘੇ। ਹੁਣ ਬੰਦਾ ਪੁੱਛੇ ਵੀ ਗੁਰਬਾਣੀ ਦਾ ਸਿਧਾਂਤ ਇਹ ਹੈ, ਮਰਨ ਲਿਖਾਏ ਮੰਡਲ ਮੈਂ ਆਏ। ਮੌਤ ਦਾ ਜਿਹੜਾ ਦਿਨ ਆ, ਜਿਹੜਾ ਸਮਾਂ ਵਾ, ਉਹ ਮੁਕਰਰ ਕੀਤਾ ਹੋਇਆ ਪ੍ਰਮਾਤਮਾ ਨੇ। ਆਪਾਂ ਆਮ ਕਰਕੇ ਕਹਿੰਦੇ ਆ ਨਾ ਵੀ ਜਾਂ ਮੈਂ ਤੈਨੂੰ ਇੱਕ ਗੱਲ ਲਿਖ ਕੇ ਦਿੰਦਾ, ਤੈਨੂੰ ਮੈਂ ਇੱਕ ਗੱਲ ਲਿਖ ਕੇ ਦਿੰਦਾ। ਇਵੇਂ ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਬਾਕੀ ਤੇ ਗੱਲਾਂ ਛੱਡ, ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਕਿ ਪ੍ਰਮਾਤਮਾ ਨੇ ਇੱਕ ਗੱਲ ਲਿਖ ਕੇ ਦਿੱਤੀ ਹੈ। ਉਹ ਕੀ ਲਿਖ ਕੇ ਦਿੱਤੀ ਹੈ? ਮਰਨ ਲਿਖਾਏ ਮੰਡਲ ਮੈਂ ਆਏ। ਮੌਤ ਲਿਖਾ ਕੇ ਤੂੰ ਇਸ ਧਰਤੀ ਤੇ ਆਇਆ, ਮਰਨਾ ਟਾਲਿਆ। ਇਹ ਭਾਣਾ ਹੈ, ਇਹ ਹੁਕਮ ਆ। ਪਰ ਮਨੁੱਖ ਇਹ ਤੋਂ ਦੌੜਦਾ ਹੈ, ਹਮੇਸ਼ਾ ਦੌੜ ਰਿਹਾ ਹੈ। ਇਹਦਾ ਜਿੰਨੀ ਦੌੜਿਆ ਮੌਤ ਤੋਂ ਦੌੜ ਹੁੰਦੀ ਹੈ। ਮੈਂ ਕਈ ਵਾਰੀ ਇੱਥੇ ਇੱਕ ਹੋਰ ਗੱਲ ਦੱਸ ਦੇਵਾਂ, ਕੱਲ੍ਹ ਦੀ ਗੱਲ ਹੀ ਹੈ। ਇੱਕ ਜਗ੍ਹਾ ਤੋਂ ਮੈਂ ਆ ਰਿਹਾ ਸੀ ਤੇ ਬੜੀਆਂ ਝਾੜੀਆਂ ਲੱਗੀਆਂ, ਉੱਥੇ ਬੜੇ ਵੱਡੇ ਵੱਡੇ ਰੁੱਖ ਲੱਗੇ ਤੇ ਬਾਹਰ ਇੱਕ ਗੇਟ ਲੱਗਾ ਕਿ ਫਲਾਨਿਆਂ ਅਮਰੀਕਾ ਦੀਆਂ ਸੰਗਤਾਂ ਵੱਲੋਂ ਇਹਦੀ ਸੇਵਾ ਕੀਤੀ ਗਈ। ਤੇ
मैं बड़ा हैरान भी सेवा कादी कीती गई। ना इत्थे कोई गुरुद्वारा साहिब आ, ना इत्थे कोई कुछ आ। दरवाजा लगा है, गेट के उपर नाम लिखे है, तो ਉਹਦੇ अंदर इन्नियां झाड़ियां कि तुसीं हैरान हो जाओगे भी जिवें कदी सफाई नहीं की। फिर नज़र आया एक निक्का जिहा कमरा, 4 पिलर ਉਹਦੇ लगे ने, तो बाहर उत्थे लिखी है शमशान घाट। हुण जिथे मनुख की जिंदगी का सच्चा घर आ, जिथे मनुख ने जाना है, ਉਹ इन्ने पिंडां तो बार बार कढ़ के रोड के उत्ते खड़ियां कीतियां ने, भाई ਉਹਦੇ नेड़े भी नहीं जाना। ते जिहड़ी जिंदगी झूठ आ, ਉਹਦੀਆਂ रंग रलियां च मस्त आ। मनुख की फितरत आ, सच नहीं मनुख कबूल करना चाहता। इसे करके अज ये झूठ के ड्रामिਆਂ ते ज़्यादा मोहित आ। सच की जिंदगी नाल इनू कोई लेना देना नहीं। मैं फेसबुक ते देखदा, सवेरे कथा करके फेसबुक के उपर लाइव करी दी है, 2 बंदे नहीं सुनते मुश्किल दे नाल। क्यों? क्योंकि गाना इत्थे कोई होर गंदे गीत सुनाए जाण, जां होर कोई बात कोई तवी दी कीती जावे, जां कोई पबलिसिटी वास्ते कोई गल कीती जावे, तो लोकी मैनू गालां कड्ढण लई आ जाणगे। पर सच गुरमत गुरबाणी नाल जुड़न नूं तैयार कोई नहीं, क्योंकि जीवन दे विच सच नूं असीं कबूल ही नहीं करना चाहुंदे। गुरबाणी सच आ जो साफ शीशे वांगू साडा किरदार सामने रख दिंदी है। तो साहिब कहंदे, मन मेरे सतगुर के पाणे चल। हे मेरे मन, जे तू सुख चाहुना, जे आत्मिक आनंद चाहुना, ते सतगुरु दे, गुरु जी दे, परमात्मा जी दे गुरु शब्द, गुरु उपदेशां दे हुक्म ते तुर, गुरु जी की रजा दे विच तुर, गुरु जी के भाणे विच तुर। फिर की होवेगा? अगली पंक्ति, निज घर वसैं अमृत पीवैं निज घर। निज घर किहड़ा? अपना निज घर। निज घर हिरदा रूपी घर, अपना आत्मा रूपी घर। वसैं, हुण असीं की कह रहे हैं? असीं अपने घर च नहीं बैठे, माफ़ करना। शरीर है साडा नाल साडे तुर रहा है, पर अंतरात्मे नहीं साडा ध्यान। साडा इस घर वाल कोई ध्यान नहीं गा। असीं अपने घर विच होण दे बावजूद भी बाहर टोले सो भरम भुलाही, बाहर लभ रहे हैं। अमृत बाहर लभ रहे हैं, सुख बाहर लभ रहे हैं, शांति बाहर लभ रहे हैं, आनंद बाहर लभ रहे हैं। जबकि है कित्थे है? निज घर वसैं। हर चीज़ अंदर है, खोजी बाहर जा रही है। निज घर वसैं अमृत पीवैं तां सुख लहै महल। निज घर, रारे नूं घर, रारे नूं सिहारी है, अपने घर विच सुख महल, सुख दा टिकाणा। साहिब कहंदे, गुरु दी रज़ा विच तुर के जदों तू अपने अंतर आत्मे दी पड़चोल करदा है, स्वै पड़चोल, जदों अपने आप नूं समझण दी कोशिश करदा है, अपने अंदर बैठे गुनाहां नूं वेखदा है, अपने अंदर बैठे झूठ नूं जदों पड़चोलदा है, अपने अंतर आत्मे की खोज करदा है, तो फिर की हुंदा है? ये अंतर आत्मे, फिर आत्मा जिहड़ी है ना, ये टिक जाती है। फिर अपने अंदर की अवस्था समझ आउण लग पैंदी है, तो चंचल मन टिकण लग पैंदा है। तां सुख लहै निज घर वसैं अमृत पीवैं तां सुख लहै महल। फिर की हुंदा है? फिर ये जीवन दे विचों भटकना मिट जाती है, भटकना मिट जाती है, भरम मिट जाता है। कदों? अमृत पीवैं, जदों आत्मिक जीवन देण वाला गुरु का शब्द रूपी, ज्ञान रूपी अमृत इस हिरदे दे विच जाके वसदा है। तां सुख लहै महल, तां फिर सदा वास्ते इस आत्मिक जीवन दे विच सतगुरु दीआं बरकतां दा, गुरु दे प्रेम दा, फिर सुख दा टिकाणा लभ जांदा है। फिर खेड़ा ही खेड़ा, आनंद ही आनंद मनुख दे इस हिरदे घर विच हुंदा है। क्योंकि फिर गुरु दा सिख बाहर वल उहदा ध्यान ही नहीं, कौन की कर रहा है, कोई चंगा है कोई माड़ा है, उहदा इहदे वल फिर कोई ध्यान नहीं। उहनूं ये ध्यान आ, मेरे गुरु ने मैनूं हुक्म लाया है, तू चंगा सोचना है, चंगा करना है, भला करना है, मानवता की सेवा करनी है। बस फिर वो बिना कुछ समझिया गुरु के दसे रस्ते ते चलिया, गुरु के दस्ते ते तुरिया, बिना संसार के लोगों की परवाह कीतिया गुरु के मार्ग ते चल के अपने जीवन नूं सफल कर लैंदा है। रहाओ, ये रहाओ दीआं पंक्तियां ने। पहला बंद है अज दे पावन शब्द का
ਸਤਿਗੁਰੂ ਗੁਰਦੇਵ ਜੀ ਕਿਰਪਾ ਕਰ ਰਹੇ ਨੇ। ਸ਼੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸੱਚ ਪਾਇਆ, ਤ੍ਰਿਸ਼ਨਾ ਤਜ ਵਿਕਾਰ। ਸ਼ਬਦ ਨੂੰ ਆਪਾਂ ਸਮਝਦੇ ਜਾਣਾ। ਮੇਰੇ ਖਿਆਲ ਦੇ ਵਿੱਚ ਹੁਣ ਤੱਕ ਤੇ ਆਪਾਂ ਨੂੰ ਲਗਭਗ ਇੰਨੀ ਕੁ ਸਮਝ ਆ ਗਈ ਹੈ ਕਿ ਸ਼ਬਦ ਜਦੋਂ ਸਾਡੇ ਕੰਨ ਤੋਂ ਲੈ ਕੇ ਸਾਡੇ ਜ਼ਿਹਨ ਤੱਕ ਜਾਂਦਾ ਹੈ, ਅਸੀਂ ਥੋੜਾ ਜਿਹਾ ਇਕਾਗਰਤਾ ਬਣਾਈਏ ਨਾ। ਜਦੋਂ ਮੈਂ ਸ਼ਬਦ ਪੜ੍ਹਦਾ ਹੈ, ਜਦੋਂ ਤੁਸੀਂ ਥੋੜਾ ਜਿਹਾ ਕੰਨ ਤੋਂ ਇਕਾਗਰਤਾ ਬਣਾਓਗੇ, ਤੁਹਾਨੂੰ ਆਪਣੇ ਆਪ ਅਰਥ ਸਮਝ ਆਉਣ ਲੱਗ ਪੈਣਗੇ। ਹੁਣ ਕਿਉਂਕਿ ਮੈਂ ਹਰ ਵਕਤ ਕੋਸ਼ਿਸ਼ ਕਰਦਾ ਹਾਂ, ਸਿਹਾਰੀ ਕਾਹਤੋਂ ਬੋਲੀ ਜਾ ਰਹੀ ਹੈ, ਔਂਕੜ ਕਾਹਤੋਂ ਬੋਲੀ ਜਾ ਰਹੀ ਹੈ, ਸਾਰੀ ਗੱਲ ਨੂੰ ਕੋਸ਼ਿਸ਼ ਕਰਦਾ ਹਾਂ ਕਿ ਆ ਜਿਹੜਾ ਇੱਕ 40-50 ਮਿੰਟ ਦੇ ਵਿੱਚ ਆਪਾਂ ਜੁੜਦੇ ਹਾਂ ਨਾ ਜਿਹੜੀ ਕਲਾਸ ਦੇ ਵਿੱਚ, ਇਹਦੇ ਵਿੱਚ ਹਰ ਪੱਖ ਤੋਂ ਤੁਹਾਡੇ ਨਾਲ ਸਾਂਝ ਪਾ ਲਵਾਂ। ਗੁਣਵੰਤੀ ਸੱਚ ਪਾਇਆ। ਹੁਣ ਸੱਚ ਚੱਚੇ ਥੱਲੇ ਔਂਕੜ ਹੈ, ਇੱਕ ਵਚਨ ਦਾ ਸੂਚਕ ਆ, ਫਸਟ ਪਰਸਨ ਸਿਰਫ ਤੇ ਸਿਰਫ ਪਰਮਾਤਮਾ ਵਾਸਤੇ। ਸੱਚ ਪਾਇਆ, ਤ੍ਰਿਸ਼ਨਾ ਤਜ ਵਿਕਾਰ। ਗੁਣਾਂ ਵਾਲੀ ਗੁਣਵੰਤੀ, ਗੁਣਾਂ ਵਾਲੀ ਜੀਵ ਇਸਤਰੀ। ਅਸੀਂ ਸਾਰੇ ਇਸਤਰੀਆਂ ਵਾਂ, ਪਰਮਾਤਮਾ ਇੱਕ ਪੁਰਖ ਆ। ਜਿਸ ਜੀਵ ਇਸਤਰੀ ਨੇ ਆਪਣੇ ਜੀਵਨ ਦੇ ਵਿੱਚ ਗੁਣ ਵਸਾ ਲਏ ਨੇ, ਗੁਣ ਕਿਹੜੇ? ਜੋ ਪਤੀ ਪਰਮਾਤਮਾ ਦੇ ਗੁਣਾਂ ਵਰਗਾ ਆਪਣਾ ਜੀਵਨ ਬਣਾ ਲਿਆ ਹੈ, ਜਿਸ ਨੇ ਸੱਚ ਪਾਇਆ, ਉਸ ਨੂੰ ਹੀ ਸਦਾ ਅਟਲ ਰਹਿਣ ਵਾਲਾ ਪਰਮਾਤਮਾ ਦਾ ਗਿਆਨ ਸਮਝ ਆਇਆ ਹੈ। ਉਸ ਨੇ ਆਪਣੇ ਅੰਦਰ ਪ੍ਰਭੂ ਵਰਗੇ ਗੁਣਾਂ ਦੀ ਸਮਾਈ ਕਰ ਲਈ ਹੈ। ਤ੍ਰਿਸ਼ਨਾ ਤਜ ਵਿਕਾਰ। ਤ੍ਰਿਸ਼ਨਾ ਦਾ ਅਰਥ ਆ, ਤ੍ਰਿਸ਼ਨਾ ਇਸ ਇੱਕ ਐਸੀ ਅੱਗ ਆ ਜਿਵੇਂ ਪਰਾਲੀ ਤੇ ਕੱਖਾਂ ਦੀ ਅੱਗ। ਗੁਰਬਾਣੀ 'ਚ ਸੱਚੇ ਪਾਤਸ਼ਾਹ ਕਹਿੰਦੇ ਤ੍ਰਿਣ ਕੀ ਅਗਨ ਮੇਘ ਕੀ ਛਾਇਆ। ਤ੍ਰਿਣ ਦੀ ਅੱਗ ਜਿਸ ਤਰ੍ਹਾਂ ਕੱਖਾਂ ਦੀ ਪਰਾਲੀ ਹੁੰਦੀ ਨਾ, ਪਰਾਲੀ ਦੇ ਵਿੱਚ ਤੁਸੀਂ ਸੁੱਟੀ ਜਾਓ, ਅੱਗ ਪਾਈ ਜਾਓ, ਹੋਰ ਸੜੀ ਜਾਂਦੇ, ਫਿਰ ਕੱਖ ਪਾਈ ਜਾਓ। ਇਵੇਂ ਤ੍ਰਿਸ਼ਨਾ ਦੀ, ਤ੍ਰਿਸ਼ਨਾ ਵਿਰਲੇ ਕੀ ਹੀ ਬੂਝੀ ਹੈ। ਇਹ ਤ੍ਰਿਸ਼ਨਾ ਐਸੀ ਹੈ, ਤੁਸੀਂ ਅੱਜ ਇੱਕ ਚੀਜ਼ ਮੰਗੀ ਹੈ, ਉਹ ਮਿਲ ਗਈ ਹੈ, ਹੁਣ ਦੂਜੀ ਦੀ ਫਿਰ ਤਿਆਰੀ ਹੈ। ਅੱਜ ਕੀ ਹੋ ਰਿਹਾ ਗੁਰਦੁਆਰਿਆਂ 'ਚ ਹੀ ਤੇ ਹੋ ਰਿਹਾ, ਸੁਖਣਾਵਾਂ ਸੁਖੀਆਂ ਜਾ ਰਹੀਆਂ। ਦੇਖੋ ਸਤਿਗੁਰੂ ਦੇ ਕਹਿੰਦੇ ਮੈਂ ਕਿੱਥੇ ਆਖਿਆ ਵੀ ਤੂੰ ਸੁਖਣਾਵਾਂ ਸੁੱਖ ਜੀ। ਮੇਰਾ ਨਾ ਆਹ ਕਾਰਜ ਰਾਸ ਕਰ ਦਿਓ, ਮੈਂ ਅਖੰਡ ਪਾਠ ਕਰਾਉਂਗਾ। ਸੁਖਣੇ ਪਾ ਦਿੰਦੇ ਅਸੀਂ 5 ਦਿਨ ਭਾਈਆਂ ਨੂੰ, ਪਾਠੀਆਂ ਨੂੰ ਸੁਖਣੇ ਪਾਉਣੇ, ਆਪ ਤੇ ਕਦੀ ਬਹਿਣਾ ਨਹੀਂ, ਇੱਕ ਪੰਕਤੀ ਵੀ ਬਹਿ ਕੇ ਨਹੀਂ ਸੁਣਨੀ ਗੁਰੂ ਦੀ। 48 ਘੰਟੇ ਕੀ ਅਸੀਂ ਤੇ 10 ਮਿੰਟ ਵੀ ਗੁਰੂ ਅੱਗੇ ਨਹੀਂ ਬਹਿਣਾ। ਹਾਂ, ਸ਼ਲੋਕ ਭੋਗਾਂ ਵੇਲੇ ਜ਼ਰੂਰ ਚੇਤੇ ਆ ਜਾਣਾ ਬਈ ਸ਼ਲੋਕ ਜ਼ਰੂਰ ਸਾਨੂੰ ਸੁਣਾ ਦਿਓ, ਮਾਈਕ ਲਾ ਦਿਓ, ਸਪੀਕਰ ਲਾ ਦਿਓ, ਇਹ ਵੀ ਬਾਹਰ ਬੈਠੇ ਕੰਨਾਂ 'ਚ ਪਈ ਜਾਣ। ਹਾਂਜੀ, ਕਾਤੋਂ ਪਾਠ ਕਰਾਇਆ ਜੀ? ਸੁਖਣਾ ਸੁਖੀ ਸੀ ਜੀ ਕਿ 5 ਪਾਠ ਕਰਾਵਾਂਗੇ ਗੁਰਦੁਆਰੇ ਜੇ ਮੁੰਡੇ ਦਾ ਵੀਜ਼ਾ ਲੱਗ ਜਾਵੇਗਾ। ਸੁਖਣਾ ਸੁਖੀ ਸੀ ਜੀ, ਖਿਡੌਣੇ ਦਾ ਜਹਾਜ਼ ਗੁਰਦੁਆਰੇ ਚੜਾਵਾਂਗੇ, ਲੰਗਰ ਕਰਾਵਾਂਗੇ। ਹੱਦ ਹੋ ਗਈ ਹੈ। ਜੀਵਨ ਦੇ ਵਿੱਚ ਤੇ ਸੱਚ ਕੋਈ ਵਸਾਇਆ ਕੋਈ ਨਹੀਂ, ਸੁਖਣਾਵਾਂ ਸੁਖੀ ਜਾਂਦੇ ਆ। ਜਦ ਕਿ ਗੁਰਮਤਿ ਦਾ ਫਿਰ ਸਤਿਗੁਰੂ ਕਹਿੰਦੇ ਕੈਸੀ ਸੁਖਣਾ ਹੈ? ਸੈਸ ਖਟੇ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੇ ਪਾਵੈ, ਏਕ ਬਸਤ ਕਾਰਨ ਬੇਖੋਟ ਗਵਾਵੈ। ਇੱਧਰ ਸੁਖਣਾਵਾਂ ਸੁਖਦਾ ਹੈ, ਜੇ ਉਹ ਚੀਜ਼ ਨਾ ਮਿਲੇ ਫਿਰ ਗੁਰੂ ਨਾਲ ਖੋਟ ਕਮਾਉਂਦਾ। ਸਭ ਕਹਿੰਦੇ ਉਹ ਮੂਰਖਾ, ਏਕ ਵੀ ਨਾ ਦੇ, 10 ਵੀ ਹਿਰਲੇ ਤਉ ਮੂੜਾ ਕੋ ਕਾਂ ਕਰੇ। ਉਹ ਮੂਰਖਾ, ਜੇ ਇੱਕ ਵੀ ਨਾ ਦਿੰਦਾ ਕੀ ਕਰ ਲੈਂਦਾ ਤੂੰ? ਪਰ ਮਨੁੱਖ ਦੇ ਅੰਦਰ ਇਹ ਤ੍ਰਿਸ਼ਨਾ ਦੀ ਅੱਗ ਵੜੀ ਪਈ ਹੈ। ਪਰ ਸਾਹਿਬ ਕਹਿੰਦੇ ਜਿਹੜੀਆਂ ਗੁਣਾਂ ਤੇ ਤੁਰਨ ਵਾਲੀਆਂ ਜੀਵ ਇਸਤਰੀਆਂ ਨੇ, ਗੁਣਵੰਤੀ ਸੱਚ ਪਾਇਆ, ਗੁਣਵਾਨ ਗੁਰੂ ਦੀਆਂ ਜੀਵ ਇਸਤਰੀਆਂ ਨੇ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੇ ਸੁਭਾਅ ਨੂੰ, ਪਰਿਪੂਰਨ ਪਰਮਾਤਮਾ ਦੇ ਗਿਆਨ ਨੂੰ ਪਾ ਲਿਆ ਹੈ। ਤ੍ਰਿਸ਼ਨਾ ਤਜ ਵਿਕਾਰ। ਉਹਨਾਂ ਦੇ ਜੀਵਨ ਦੇ ਵਿੱਚੋਂ ਹੋਰ ਜਿਹੜੀ ਮਾਇਆ ਦੀ ਭੁੱਖ ਸੀ ਨਾ, ਇਹ ਵਿਕਾਰ ਜੀਵਨ ਦੇ ਵਿੱਚੋਂ ਖਤਮ ਹੋ ਗਏ ਨੇ। ਉਹਨਾਂ ਨੇ ਇਹ ਜੀਵਨ ਚੋਂ ਤਿਆਗ ਦਿੱਤੇ ਨੇ, ਕਿਉਂਕਿ ਉਹਨਾਂ ਨੂੰ ਸੁੱਖ ਦੇਣ ਵਾਲਾ ਪਰਮਾਤਮਾ ਲੱਭ ਗਿਆ ਹੈ। ਕਦੋਂ? ਹੁਣ ਅਗਲੀਆਂ ਪੰਕਤੀਆਂ 'ਚ ਜਵਾਬ ਆ, ਗੁਰ ਸ਼ਬਦੀ ਮਨ ਰੰਗਿਆ, ਰਸਨਾ ਪ੍ਰੇਮ ਪਿਆਰ। ਗੁਰੂ ਜੀ ਦੇ ਸ਼ਬਦ ਦੇ ਵਿੱਚ ਹੁਣ ਇਹ ਮਨ ਰੰਗਿਆ ਗਿਆ ਹੈ। ਹੁਣ ਗੁਰੂ ਦੇ ਹੁਕਮ 'ਚ, ਗੁਰੂ ਦੀ ਬਾਣੀ 'ਚ, ਗੁਰੂ ਦੇ ਸ਼ਬਦ ਵਿੱਚ, ਗੁਰੂ ਦੇ ਉਪਦੇਸ਼ਾਂ ਦੇ ਵਿੱਚ ਇਹ ਮਨ ਬਿਲਕੁਲ ਰੰਗਿਆ ਗਿਆ ਹੈ। ਮਨ ਨੇ ਆਪਣੀਆਂ ਮਰਜ਼ੀਆਂ ਛੱਡ ਦਿੱਤੀਆਂ ਨੇ। ਰਸਨਾ ਇਹਨੂੰ ਕਿਉਂ ਕਿਹਾ ਗਿਆ ਹੈ? ਕਿਉਂਕਿ ਜੀਭ ਤੋਂ ਰਸ ਉਪਜਦੇ ਨੇ। ਇਹ ਦੱਸਦੀ ਹੈ ਇਹ ਮਿੱਠਾ ਹੈ, ਇਹ ਕੌੜਾ ਹੈ, ਇਹ ਖੱਟਾ ਹੈ, ਇਹ ਰਸ ਨੇ ਜੀਭ ਦੇ। ਹੁਣ ਇਹ ਰਸਨਾ ਜਿਹੜੀ ਕੀ ਕਰ ਰਹੀ ਹੈ? ਪ੍ਰੇਮ ਪਿਆਰ।
ਹੁਣ ਇਹ ਰਸਨਾ ਪ੍ਰੀਤਮ ਪ੍ਰੇਮ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਰੰਗੀ ਗਈ ਹੈ। ਹੁਣ ਇਸ ਜੀਵ ਤੋਂ ਮਨੁੱਖ ਗੰਦੀ ਭਾਸ਼ਾ ਨਹੀਂ ਬੋਲਦਾ, ਇਸ ਜੀਵ ਤੋਂ ਈਰਖਾ ਦੇ ਬੋਲ ਨਹੀਂ ਬੋਲਦਾ। ਸੋਚਿਆ ਕਰੋ 100 ਵਾਰੀ ਜਦੋਂ ਅਸੀਂ ਕਿਸੇ ਪ੍ਰਤੀ ਕੋਈ ਬੋਲੀ ਮੂੰਹ ਚੋਂ ਬੋਲਣ ਲੱਗਦੇ ਹਾਂ ਕਿ ਭਾਈ ਇਹ ਰਸਨਾ ਵਿਕਾਰੀ ਭਾਸ਼ਾ ਬੋਲਣ ਵਾਸਤੇ ਨਹੀਂ ਦਿੱਤੀ ਹੈ, ਤੇ ਗੁਰੂ ਸ਼ਬਦ ਤੇ ਪਿਆਰ ਤੇ ਮਿਠਾਸ ਦੇ ਬੋਲ ਬੋਲਣ ਲਈ ਦਿੱਤੀ ਹੈ। ਜਦੋਂ ਗੁਰੂ ਸ਼ਬਦ ਵਿੱਚ ਮਨ ਰੰਗ ਜਾਂਦਾ ਹੈ, ਗੁਰੂ ਸ਼ਬਦੀ ਮਨ ਰੰਗਿਆ, ਰਸਨਾ ਪ੍ਰੇਮ ਪਿਆਰ, ਤੇ ਜੀਵ ਫਿਰ ਪ੍ਰੇਮ ਦੀ ਭਾਸ਼ਾ ਬੋਲਣ ਲੱਗ ਪੈਂਦੀ ਹੈ, ਪ੍ਰੇਮ ਦੀ ਬੋਲੀ ਬੋਲਣ ਲੱਗ ਪੈਂਦੀ ਹੈ, ਕਿਉਂਕਿ ਇਹਦੇ ਉੱਪਰੋਂ ਕੜਵਾਹਟ ਫਿਰ ਮੁੱਕ ਜਾਂਦੀ ਹੈ। ਹੁਣ ਅਗਲੀਆਂ ਪੰਕਤੀਆਂ, ਸਭ ਕਹਿੰਦੇ ਬਿਨ ਸਤਿਗੁਰੂ ਕਿਨੈ ਨਾ ਪਾਇਓ, ਘਰ ਵੇਖੋ ਮਨ ਵਿਚਾਰ। ਸਭ ਕਹਿੰਦੇ ਜ਼ੋਰ ਲਾ ਕੇ ਵੇਖ ਲਓ, ਜਿੰਨੇ ਮਰਜੀ ਬਾਹਰ ਦੇ ਧਾਰਮਿਕ ਕਰਮ ਕਾਂਡ ਕਰਕੇ ਵੇਖ ਲਓ, ਜਿੰਨੇ ਮਰਜੀ ਦੁਨੀਆ ਦੇ ਪਖੰਡ ਕਰਕੇ ਵੇਖ ਲਓ, ਜਿਹੜਾ ਮਰਜੀ ਧਰਮ ਦਾ ਬਾਣਾ ਪਾ ਕੇ ਵੇਖ ਲਓ, ਚੇਤਾ ਰੱਖਿਓ ਸੱਚੇ ਗੁਰੂ ਸ਼ਬਦ ਦੇ ਨਾਲ ਜੁੜਨ ਤੋਂ ਬਿਨਾਂ, ਗੁਰੂ ਦੀ ਮੱਤ ਲੈਣ ਤੋਂ ਬਿਨਾਂ, ਗੁਰੂ ਦੇ ਉਪਦੇਸ਼ਾਂ ਤੇ ਤੁਰਨ ਤੋਂ ਬਿਨਾਂ ਕਿਤੇ ਵੀ ਪ੍ਰਮਾਤਮਾ ਨਹੀਂ ਮਿਲ ਸਕਦਾ, ਸੁੱਖ ਨਹੀਂ ਮਿਲ ਸਕਦਾ, ਨਿਰੰਕਾਰ ਨਹੀਂ ਮਿਲ ਸਕਦਾ। ਸੱਚਾ ਗੁਰੂ ਹੀ ਵਿੱਚ ਵਿਚੋਲਾ ਬਣੇ, ਗਿਆਨ ਸਮਝਾ ਦੇਵੇ, ਸਹੀ ਪਕੜ ਸਮਝਾ ਦੇਵੇ, ਪ੍ਰਮਾਤਮਾ ਮਿਲ ਸਕਦਾ ਹੈ। ਗੁਰੂ ਅਮਰਦਾਸ ਸਾਹਿਬ ਨੇ ਆਪਣਾ ਤਜਰਬਾ ਬਿਆਨ ਕੀਤਾ, 63 ਸਾਲ ਭਟਕਦੇ ਰਹੇ, ਹਰ ਇੱਕ ਧਾਰਮਿਕ ਕਰਮ ਕਰਦੇ ਰਹੇ, ਬਾਹਰ ਦੇ ਰੀਤੀ ਰਿਵਾਜ ਨਿਭਾਉਂਦੇ ਰਹੇ, ਪਰ ਗੁਰੂ ਨਹੀਂ ਮਿਲਿਆ, ਸੁੱਖ ਨਹੀਂ ਮਿਲਿਆ, ਪ੍ਰਮਾਤਮਾ ਨਹੀਂ ਮਿਲਿਆ। ਪਰ ਜਿੱਦਣ ਗੁਰਬਾਣੀ ਦੀਆਂ ਚੰਦ ਪੰਕਤੀਆਂ ਜੀਵਨ ਦੇ ਵਿੱਚ ਸੁਣੀਆਂ, ਗੁਰੂ ਸ਼ਬਦ ਨਾਲ ਸਾਂਝ ਬਣੀ, ਧੰਨ ਸਾਹਿਬ ਗੁਰੂ ਸ਼ਬਦ ਦੇ ਆ ਕੇ ਜਦੋਂ ਚਰਨੀ ਪਏ, ਸ਼ਬਦ ਗੁਰੂ ਦੇ ਲੜ ਗੁਰੂ ਅੰਗਦ ਦੇਵ ਜੀ ਨੇ ਲਾ ਦਿੱਤਾ, ਗੁਰੂ ਸ਼ਬਦ ਦਾ ਪ੍ਰਗਾਸ਼ ਹਿਰਦੇ ਵਿੱਚ ਹੋ ਗਿਆ, ਤੇ ਪਰਿਪੂਰਨ ਪ੍ਰਮਾਤਮਾ ਦੀ ਐਸੀ ਸਮਝ ਆਈ ਕਿ ਜੋਤੀ ਸੰਗ ਜੋਤ ਰਲੀ ਜਲ ਕਾ ਜਲ ਹੁਆ ਰਾਮ। ਪ੍ਰਮਾਤਮਾ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਆਤਮਾ ਲੀਨ ਹੋ ਗਈ, ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਆਪਣਾ ਰੂਪ ਕਰਕੇ ਤੀਸਰਾ ਰੂਪ ਗੁਰੂ ਨਾਨਕ ਦੀ ਵਾਰਸ ਦਾ ਰੂਪ ਦੇ ਵਿੱਚ, ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੇ ਰੂਪ 'ਚ ਤੀਸਰੇ ਨਾਨਕ ਬਣਾ ਕੇ ਸਥਾਪਿਤ ਕਰ ਦਿੱਤੇ। ਕਦੋਂ? ਜਦੋਂ ਗੁਰੂ ਸ਼ਬਦ ਨਾਲ ਜੁੜੇ। ਇਹ ਕਰਕੇ ਪਾਤਸ਼ਾਹ ਕਹਿੰਦੇ ਬਿਨ ਸਤਿਗੁਰੂ ਕਿਨੇ ਨਾ ਪਾਇਓ। ਆ ਬਾਹਰ ਦੇ ਜਿੰਨੇ ਮਰਜ਼ੀ ਪਖੰਡ ਅਜੇ ਹੀ ਤੇ ਹੋ ਰਿਹਾ, ਸਤਿਗੁਰ ਤੇ ਰਮਾਲੇ ਪਾਏ ਨੇ, ਮੱਥੇ ਟੇਕ ਰਹੇ ਆ, ਡੰਡੌਤਾਂ ਕੱਢੀ ਜਾਂਦੇ ਆ, ਤਰਲੇ ਲਈ ਜਾਂਦੇ ਆ, ਪਰਕਰਮਾਵਾਂ ਕਰੀ ਜਾਂਦੇ ਆ, ਪਰ ਸਤਿਗੁਰੂ ਕਿਨੇ ਨਾ ਪਾਇਓ। ਬਿਨ ਸਤਿਗੁਰੂ ਕਿਨੇ ਨਾ, ਸਤਿਗੁਰੂ ਦੇ ਕੋਲ ਜਦ ਤੱਕ ਨਹੀਂ ਬਹਿੰਦਾ, ਜਦ ਤੱਕ ਰੁਮਾਲਾ ਚੁੱਕ ਕੇ ਗੁਰੂ ਨੂੰ ਪੁੱਛਦਾ ਨਹੀਂ, ਗੁਰੂ ਦੇ ਉਪਦੇਸ਼ ਨਹੀਂ ਕਮਾਉਂਦਾ, ਕਿਵੇਂ ਮਿਲੇਗਾ? ਇਸੇ ਕਰਕੇ ਤੇ ਗੋਲਕਾਂ ਦੇ ਅੱਗੇ ਵੇਸਣ ਦੀਆਂ ਬਰਫੀਆਂ ਰੱਖੀਆਂ ਜਾ ਰਹੀਆਂ, ਪੀਲੇ ਕੇਲੇ ਰੱਖੇ ਜਾ ਰਹੇ, ਹੋਰ ਆਦਿਕ। ਮੈਂ ਜਦੋਂ ਹੇਵਰਡ ਸਾਂ ਨਾ, ਹੈਰਾਨ ਹੋ ਜਾਂਦਾ ਸੀ ਕਈ ਵਾਰੀ, ਸਾਡੇ ਕੋਲ ਕਈ ਇਹੋ ਜਿਹੇ ਆਉਂਦੇ ਸੀ ਸਬਜੈਕਟ, ਕੋਈ ਬੱਚਾ ਆਇਆ, ਉਹ ਇੱਕ ਸੰਧੂਰ ਦੇ ਵਿੱਚ 4 ਕਿੱਲ ਪਾ ਕੇ ਮਾਂਹ ਦੀ ਦਾਲ ਦੇ ਨਾਲ ਰੱਖ ਕੇ ਦੌੜ ਗਿਆ। ਅਸੀਂ ਬੜੀ 4-5 ਹਫ਼ਤੇ ਲੰਘ ਗਏ, ਬੜਾ ਇਸ ਉੱਪਰ ਸੋਚਾਂ 'ਚ ਵੀ ਕੌਣ ਆਉਂਦਾ ਹੈ। ਪਤਾ ਲੱਗਾ ਬੀਬੀ ਇੱਕ ਬਾਹਰ ਖਲੋਤੀ ਰਹਿੰਦੀ ਸੀ, ਬੱਚੇ ਨੂੰ ਭੇਜਦੀ ਸੀ, ਬੱਚਾ ਰੱਖ ਕੇ ਭੱਜ ਜਾਂਦਾ ਸੀ। ਅਸੀਂ ਉਸ ਬੱਚੇ ਨੂੰ ਫੜ ਲਿਆ, ਪੁੱਛਿਆ ਵੀ ਕਾਕਾ ਇਹ ਕਿਉਂ? ਕਹਿੰਦੇ ਜੀ ਮੈਨੂੰ ਨਹੀਂ ਪਤਾ, ਮੇਰੀ ਦਾਦੀ ਕਹਿੰਦੀ ਹੈ ਵੀ ਆ ਜਾ ਕੇ ਤੂੰ ਗੁਰਦੁਆਰੇ ਰੱਖ ਆਉਣਾ, ਅਸੀਂ ਰੱਖ ਆਉਣਾ, ਮੈਂ ਰੱਖ ਕੇ ਚਲ ਜਾਂਦਾ। ਹੁਣ ਇਹੋ ਜਿਹੇ ਕਈ ਹਾਲਾਤ ਨੇ, ਇੱਕ ਸਬਜੈਕਟ ਨਹੀਂ ਕਈ ਸਬਜੈਕਟ ਨੇ ਇਹੋ ਜਿਹੇ, ਕਿਉਂਕਿ ਸਾਡੀ ਜ਼ਿੰਦਗੀ ਬਾਹਰ ਦੇ ਸਿਸਟਮ ਤੇ ਹੈ। ਅਸੀਂ ਗੁਰੂ ਸ਼ਬਦ ਦੇ ਵਿੱਚ ਨਹੀਂ ਚੁੱਭੀ ਲਾਉਣਾ ਚਾਹੁੰਦੇ। ਅੱਜ ਆ ਸਾਡੀ ਕੌਮ ਦੀ ਜਿਹੜੀ ਅੱਜ ਹਾਲਾਤ ਬਣ ਗਈ ਆ ਨਾ, ਅਸੀਂ ਇੱਕ ਦੂਸਰੇ ਤੇ ਸ਼ੱਕੀ ਹੋ ਗਏ ਆ, ਇੱਕ ਦੂਸਰੇ ਤੇ ਸਾਡਾ ਐਤਬਾਰ ਕੋਈ ਨਹੀਂ। ਅੱਜ ਤੇ ਮਾਫ ਕਰਨਾ, ਧੀ ਦਾ ਰਿਸ਼ਤਾ ਕਰਾਉਣਾ ਹੋਵੇ ਤੇ 100 ਵਾਰੀ ਪਹਿਲਾਂ ਪੁੱਛੀਦਾ ਤੁਸੀਂ ਟਕਸਾਲ ਦੇ ਤੇ ਨਹੀਂ, ਤੁਸੀਂ ਮਿਸ਼ਨਰੀ ਹੋ, ਤੁਸੀਂ ਟਕਸਾਲੀ ਹੋ, ਕਿ ਤੁਸੀਂ ਅਖੰਡ ਕੀਰਤਨੀ ਜਥੇ ਦੇ ਹੋ, ਕਿ ਤੁਸੀਂ ਕਿਸੇ ਨਾਨਕਸਰ ਦੇ ਹੋ। ਇੱਕ ਧੀ ਦਾ ਰਿਸ਼ਤਾ ਕਰਨ ਵਾਸਤੇ, ਪੁੱਤ ਦਾ ਰਿਸ਼ਤਾ ਕਰਨ ਵਾਸਤੇ ਹੁਣ ਇਹ ਚੀਜ਼ਾਂ ਸੋਚਣੀਆਂ ਪੈ ਰਹੀਆਂ। ਹੱਦ ਹੋ ਗਈ ਹੈ। ਗੁਰੂ ਗ੍ਰੰਥ ਸਾਹਿਬ ਦੇ ਸਿੱਖ ਸਾਂ, ਹੈ ਗੁਰੂ ਨਾਨਕ ਦੇ ਸਿੱਖ ਸਾਂ, ਹੈ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸਾਂ, ਕਿੱਧਰ ਨੂੰ ਅਸੀਂ ਤੁਰ ਪਏ ਆ ਨਾ? ਕਿੱਥੇ ਅਸੀਂ ਜਾ ਕੇ ਮੂੰਹ ਵਿਖਾਵਾਂਗੇ ਗੁਰੂ ਨੂੰ? ਅਸੀਂ ਤੇ ਇਤਨੀਆਂ ਸੰਪਰਦਾਵਾਂ ਦੇ ਕੂੜ ਦੇ ਵਿੱਚ ਆਪਣੇ ਆਪ ਨੂੰ ਵੰਡ ਕੇ ਬਹਿ ਗਏ ਆ। ਸਤਿਗੁਰ ਤੋਂ ਬਿਨਾਂ ਸਕੂਨ ਨਹੀਂ ਜੇ ਮਿਲਣਾ, ਸੰਪਰਦਾਵਾਂ ਨੇ ਸਕੂਨ ਨਹੀਂ ਦੇਣਾ।
ਇਹ ਕਾਲਜਾਂ ਨੇ ਸਕੂਨ ਨਹੀਂ ਦੇਣਾ। ਸਕੂਨ ਗੁਰਬਾਣੀ ਗੁਰੂ ਸ਼ਬਦ ਵਿੱਚੋਂ ਹੀ ਮਿਲਣਾ ਹੈ। ਇਸ ਕਰਕੇ ਗੁਰੂ ਸ਼ਬਦ ਨਾਲ ਜੁੜਨਾ ਚਾਹੀਦਾ ਹੈ, ਗੁਰੂ ਦੀ ਮੱਤ ਨਾਲ ਜੁੜਨਾ ਚਾਹੀਦਾ ਹੈ। ਬਿਨ ਸਤਿਗੁਰੂ ਕਿਨੇ ਨਾ ਪਾਇਓ, ਕਰ ਵੇਖੋ ਮਨ ਵਿਚਾਰ। ਸਭ ਕਹਿੰਦੇ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਵੇਖ ਲਵੋ। ਸਤਿਗੁਰੂ ਦੇ ਗਿਆਨ ਤੋਂ ਬਿਨਾ, ਗੁਰੂ ਜੀ ਦੀ ਮੱਤ ਲੈਣ ਤੋਂ ਬਿਨਾ ਪਰਮਾਤਮਾ ਨੂੰ ਨਹੀਂ ਲੱਭਿਆ ਜਾ ਸਕਦਾ। ਮਨ ਮੁਖ ਮੈਲ ਨਾ ਉਤਰੈ, ਜਿਚਰ ਗੁਰੂ ਸ਼ਬਦ ਨਾ ਕਰੇ ਪਿਆਰ। ਸਭ ਕਹਿੰਦੇ ਮਨ ਦੀ ਮੱਤ ਪਿੱਛੇ ਲੱਗਣ ਵਾਲੇ ਐ ਮਨੁੱਖ ਕੰਨ ਖੋਲ ਕੇ ਸੁਣ ਲਾ। ਮਨ ਤੋਂ ਵਿਕਾਰਾਂ ਦੀ ਮੈਲ ਉਦੋਂ ਤੱਕ ਨਹੀਂ ਉਤਰ ਸਕਦੀ ਜਦ ਤੱਕ ਤੂੰ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਨਹੀਂ ਜੁੜਦਾ, ਗੁਰੂ ਸ਼ਬਦ ਦੇ ਨਾਲ ਪਿਆਰ ਤੂੰ ਨਹੀਂ ਕਰਦਾ। ਜਦੋਂ ਗੁਰੂ ਸ਼ਬਦ ਨਾਲ ਪਿਆਰ ਕਰੇਗਾ, ਮਨ ਤੋਂ ਵਿਕਾਰਾਂ ਦੀ ਮੈਲ ਲੱਥ ਜਾਵੇਗੀ। ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਹੇ ਮੇਰੇ ਮਨ, ਇਸ ਕਰਕੇ ਛੱਡ ਇਹ ਚਤੁਰਾਈਆਂ, ਇਹ ਸਿਆਣਪਾਂ, ਇਹ ਫੋਕਟ ਦੇ ਕਰਮ ਕਾਂਡ, ਇਹ ਭਰਮ, ਇਹ ਭੁਲੇਖੇ। ਚੁੱਪ ਕਰਕੇ ਗੁਰੂ ਦੀ ਰਜ਼ਾ ਤੇ ਭਾਣੇ ਵਿੱਚ ਤੁਰਨਾ ਸ਼ੁਰੂ ਕਰ ਦੇ। ਨਿਜ ਕਰ ਵਸੈ ਅੰਮ੍ਰਿਤ ਪੀਵੈ, ਤਾਂ ਸੁਖ ਲਹੈ ਮਹਲ। ਗੁਰੂ ਦੀ ਰਜ਼ਾ ਦੇ ਵਿੱਚ ਤੁਰ ਕੇ ਹੀ ਤੂੰ ਆਪਣੇ ਅੰਤਰ ਆਤਮੇ ਦੀ ਪੜਚੋਲ ਕਰ ਸਕਦਾ ਹੈ। ਤੇ ਜਦੋਂ ਆਪਣੇ ਅੰਤਰ ਆਤਮੇ ਦੀ ਪੜਚੋਲ ਕਰੇਗਾ, ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ, ਤੇਰੇ ਵਿੱਚੋਂ ਮੈਂ ਮੁੱਕੇਗੀ, ਭਟਕਣਾ ਖਤਮ ਹੋ ਜਾਵੇਗੀ ਤੇ ਆਤਮਿਕ ਜੀਵਨ ਦੇਣ ਵਾਲਾ ਗੁਰੂ ਸ਼ਬਦ ਵਿੱਚੋਂ ਗਿਆਨ ਰੂਪੀ ਰਸ ਜਦੋਂ ਤੇਰਾ ਇਹ ਮਨ ਪੀਵੇਗਾ, ਉਸ ਦੀ ਬਰਕਤ ਦੇ ਨਾਲ ਸਦੀਵੀ ਸੁੱਖ, ਸਦੀਵੀ ਆਨੰਦ ਤੇਰੇ ਘਰ ਦੇ ਵਿੱਚ ਆ ਜਾਵੇਗਾ। ਰਹਾਓ ਔ ਗੁਣਵੰਤੀ ਗੁਣ ਕੋ ਨਹੀਂ, ਬੈਣ ਨਾ ਮਿਲੇ ਹਦੂਰ। ਸਭ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਔਗੁਣਾਂ ਦੀਆਂ ਭਰੀਆਂ ਹੋਈਆਂ ਹਨ, ਉਹਨਾਂ ਵਿੱਚ ਕੋਈ ਵੀ ਗੁਣ ਨਹੀਂ। ਔਗੁਣਵੰਤੀ ਗੁਣ ਕੋ ਨਹੀਂ, ਔਗੁਣਵੰਤੀ ਦੇ ਕੋਲ ਕੋਈ ਵੀ ਗੁਣ ਮੌਜੂਦ ਨਹੀਂ। ਬਹਿਣ ਨਾ ਮਿਲੇ ਹਦੂਰ। ਚੇਤਾ ਰੱਖਿਓ, ਉਹਨਾਂ ਨੂੰ ਪਰਮਾਤਮਾ ਦੀ ਹਾਜ਼ਰੀ ਕਦੀ ਨਸੀਬ ਨਹੀਂ ਹੁੰਦੀ। ਪਰਮਾਤਮਾ ਜੀ ਦੇ ਘਰ 'ਚ ਉਹ ਕਬੂਲ ਨਹੀਂ ਕੀਤੀਆਂ ਜਾਂਦੀਆਂ, ਕਿਉਂਕਿ ਮਨ ਦੀ ਮੱਤ ਪਿੱਛੇ ਲੱਗਣ ਵਾਲੀਆਂ ਜੀਵ ਇਸਤਰੀਆਂ ਨਿਰੰਕਾਰ ਨੂੰ ਚੰਗੀਆਂ ਨਹੀਂ ਲੱਗਦੀਆਂ, ਜਿਹੜੀਆਂ ਮੈਂ ਮੇਰੀ ਤੇ ਹਉਮੈ ਵਿੱਚ ਜੀਵਨ ਜਿਉਂਦੀਆਂ ਹਨ। ਮਨਮੁਖ ਸ਼ਬਦ ਨਾ ਜਾਣਈ, ਆਵਗਣ ਸੋ ਪ੍ਰਭ ਦੂਰ। ਜਾਣੇ ਦਾ ਅਰਥ ਆ ਜਾਣੇ ਜਾਣ, ਜਾਣੇ ਜਾਣ ਦੀ, ਔਗੁਣ ਔਗੁਣਾਂ ਦੇ ਕਾਰਨ। ਸਭ ਕਹਿੰਦੇ ਮਨਮੁਖ ਸ਼ਬਦ ਨਾ ਜਾਣਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਇਹ ਜੀਵ ਇਸਤਰੀ, ਮਨਮੁਖ ਜੀਵ ਇਸਤਰੀ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦੀ। ਉਹਨੂੰ ਪਤਾ ਹੀ ਨਹੀਂ ਕਿ ਕਿੰਨੀਆਂ ਮਹਾਨ ਬਖਸ਼ਿਸ਼ਾਂ ਗੁਰਬਾਣੀ ਵਿੱਚ ਪਈਆਂ ਨੇ, ਪਰ ਜੁੜੇ ਤੇ ਤਾਂ ਤੁਰੇ ਨਾ। ਉਹਨੂੰ ਤੇ ਭਰਮ ਹੀ ਬਾਹਰ ਦਾ ਪਾਇਆ ਗਿਆ। ਉਹ ਜੇ ਮੇਰੇ ਵਰਗੇ ਮਾਫ ਕਰ ਦਿਓ, ਬਾਰ-ਬਾਰ ਮਾਫੀ ਤਾਂ ਮੰਗਦਾ, ਕਈ ਵਾਰੀ ਸ਼ਬਦ ਬੜੇ ਕਰੜੇ ਹੁੰਦੇ ਨੇ। ਮੇਰੇ ਵਰਗੇ ਗੁਰੂ ਘਰ 'ਚ ਬੈਠੇ ਜਦ ਤੱਕ ਪੁਜਾਰੀ ਵਾਦ ਆਪਣਾ ਪੁਜਾਰੀ ਪੁਣਾ ਨਹੀਂ ਨਾ ਛੱਡਦਾ, ਇੱਕ ਪ੍ਰੀਚਰ ਦੀ ਸਹੀ ਡਿਊਟੀ ਨਹੀਂ ਨਿਭਾਉਂਦਾ, ਗੁਰਦੁਆਰੇ ਦਾ ਗ੍ਰੰਥੀ ਜਦ ਤੱਕ ਇਮਾਨਦਾਰੀ ਨਾਲ ਆਪਣਾ ਫਰਜ਼ ਨਹੀਂ ਨਿਭਾਉਂਦਾ, ਚੰਦ ਕੁ ਰੁਪਈਆਂ ਦੀ ਖਾਤਰ ਜੇ ਉਹ ਗੁਰੂ ਦੇ ਸਿਧਾਂਤ ਨੂੰ ਵੇਚਦਾ ਰਹੇਗਾ, ਹਾਲਾਤ ਇਹ ਬਣੇ ਰਹਿਣਗੇ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਗੁਰੂ ਘਰ ਦੇ ਵਜ਼ੀਰਾਂ ਨੂੰ, ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ, ਭਾਈ ਦੇਣਾ ਗੁਰੂ ਨੇ, ਪਰ ਉਹਦਾ ਨਾਮ ਵੇਚ ਕੇ ਨਾ ਲਈਏ, ਉਹਦੇ ਵਰਗੇ ਬਣ ਕੇ ਲਈਏ। ਗੁਰੂ ਜੀ ਨੇ ਕੋਈ ਕਮੀ ਨਹੀਂ ਛੱਡਣੀ। ਆ ਮਨੁੱਖਾਂ ਦੀਆਂ ਦਿੱਤੀਆਂ ਹੋਈਆਂ ਨਾਲ ਕਦੀ ਘਰ ਨਹੀਂ ਭਰਦੇ। ਕੋਈ ਇੱਕ ਦਿਨ ਦੇ ਦੇਵੇਗਾ, ਇੱਕ ਮਹੀਨੇ 'ਚ ਦੇ ਦੇਵੇਗਾ, 2 ਵਾਰੀ ਦੇ ਦੇਵੇਗਾ। ਅਸਲੀ ਬਰਕਤ ਤੇ ਗੁਰੂ ਦੇ ਦੇਣ ਦੀ ਬਣਨੀ ਹੈ। ਇਸ ਕਰਕੇ ਗੁਰੂ ਵਾਲੇ ਬਣੋ। ਇਹਨਾਂ ਲੋਕਾਂ ਦੇ ਪਿੱਛੇ ਲੱਗ ਕੇ ਚੰਦ ਗੁਰੂ ਦੇ ਸਿਧਾਂਤਾਂ ਨੂੰ ਨਾ ਵੇਚੋ। ਇਹਨਾਂ ਲੋਕਾਂ ਨੇ ਕੁਝ ਨਹੀਂ ਸਾਡੇ ਪੱਲੇ ਪਾਉਣਾ। ਹੱਥ ਬੇਨਤੀ ਹੈ, ਗ੍ਰੰਥੀ ਦਾ ਇੱਕ ਪ੍ਰਚਾਰਕ ਦਾ ਫਰਜ਼ ਆ ਲੋਕਾਂ ਨੂੰ ਮਨ ਮੱਤਾਂ 'ਚੋਂ ਕੱਢ ਕੇ ਗੁਰਮਤ ਨਾਲ ਜੋੜਨਾ। ਸਭ ਕਹਿੰਦੇ ਮਨਮੁਖ ਸ਼ਬਦ ਨਾ ਜਾਣਈ, ਆਵਗਣ ਸੋ ਪ੍ਰਭ ਦੂਰ। ਆਪਣੀ ਮਨ ਦੇ ਪਿੱਛੇ ਤੁਰਨ ਵਾਲੀ ਜਿਹੜੀ ਇਹ ਜੀਵ ਇਸਤਰੀ ਹੈ, ਗੁਰੂ ਜੀ ਦੇ ਸ਼ਬਦ ਦੀ ਕਦਰ ਨਹੀਂ ਜਾਣਦੀ ਤੇ ਆਪਣੇ ਅਵਗੁਣਾਂ ਦੇ ਕਾਰਨ ਉਹ ਪ੍ਰਮਾਤਮਾ ਨੂੰ ਕਿਤੇ ਦੂਰ ਸਮਝ ਕੇ ਬੈਠੀ ਹੈ। ਇਸੇ ਕਰਕੇ ਸਭ ਕਹਿੰਦੇ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ।
ਕਈ ਇਹ ਸੋਚ ਕੇ ਚੰਗੇ ਕੰਮ ਕਰ ਰਹੇ ਕਿ ਰੱਬ ਸਾਨੂੰ ਵੇਖ ਰਿਹਾ, ਹਾਜ਼ਰ ਨਾਜ਼ਰ ਹੈ। ਕੋਈ ਇਹ ਸੋਚ ਕੇ ਅਵਗੁਣ ਕਮਾ ਰਿਹਾ, ਸਾਨੂੰ ਕਿਹੜਾ ਕੋਈ ਵੇਖਦਾ, ਦਰਵਾਜ਼ਾ ਬੰਦ ਕਰਕੇ ਬੈਠੇ ਆ, ਧੋਖਾ ਦੇ ਰਹੇ ਹਾਂ, ਬੇਈਮਾਨੀ ਕਰ ਰਹੇ ਹਾਂ, ਮਿਲਾਵਟ ਕਰ ਰਹੇ ਹਾਂ, ਘੱਟ ਤੋਲ ਰਹੇ ਹਾਂ, ਕਿਡਨੀਆਂ ਕੱਢ ਕੱਢ ਕੇ ਵੇਚੀ ਜਾ ਰਹੇ ਹਾਂ, ਸਾਨੂੰ ਕਿਹੜਾ ਕੋਈ ਵੇਖ ਰਿਹਾ। ਕੌਮ ਦਾ ਸੌਦਾ ਲਾ ਰਹੇ ਹਾਂ, ਸਾਨੂੰ ਕਿਹੜਾ ਕੋਈ ਵੇਖ ਰਿਹਾ। ਪਰ ਸਭ ਕਹਿੰਦੇ ਸਦ ਸੁਣਦਾ, ਸਦ ਵੇਖਦਾ। ਉਹ ਰੋਜ਼ ਸੁਣ ਰਿਹਾ ਹੈ, ਰੋਜ਼ ਵੇਖ ਰਿਹਾ ਹੈ। ਇਸ ਕਰਕੇ ਉਹਦੇ ਹੁਕਮ 'ਚ ਚੱਲ। ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ। ਜਿਨ੍ਹਾਂ ਮਨੁੱਖਾਂ ਨੇ ਸੱਚ ਪਛਾਣਿਆ, ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਹਰ ਥਾਂ ਵਸਦਾ ਪਹਿਚਾਣ ਲਿਆ ਹੈ, ਸੱਚ ਰਤੇ ਭਰਪੂਰ, ਉਹ ਸਦਾ ਵਾਸਤੇ ਪਰਿਪੂਰਨ ਪ੍ਰਮਾਤਮਾ ਦੇ ਸੱਚੇ ਪ੍ਰੇਮ ਦੇ ਵਿੱਚ ਰੰਗੇ ਗਏ ਹਨ, ਭਰਪੂਰ ਹੋ ਗਏ ਹਨ। ਗੁਰ ਸ਼ਬਦੀ ਮਨ ਬੇਦਿਆ ਪ੍ਰਭ ਮਿਲਿਆ ਆਪ ਹਦੂਰ। ਉਹਨਾਂ ਦਾ ਮਨ ਗੁਰ ਸ਼ਬਦੀ ਮਨ ਬੇਦਿਆ, ਉਹਨਾਂ ਦਾ ਮਨ ਗੁਰੂ ਜੀ ਦੇ ਸ਼ਬਦ ਦੇ ਰਾਹੀਂ ਵਿਧਿਆ ਗਿਆ ਹੈ, ਭਾਵ ਗੁਰੂ ਦੇ ਸ਼ਬਦ ਦੇ ਵਿੱਚ ਐਨ ਖੁੱਭ ਗਿਆ ਹੈ। ਹੁਣ ਇਹ ਮਨ ਆਪਣੀਆਂ ਮਨ ਆਈਆਂ ਨਹੀਂ ਕਰਦਾ, ਹੁਣ ਗੁਰੂ ਦੀ ਮੱਤ ਤੇ ਗੁਰੂ ਕੇ ਸ਼ਬਦ ਦੇ ਮੁਤਾਬਕ ਹੀ ਆਪਣੇ ਜੀਵਨ ਨੂੰ ਤੋਰਦਾ ਹੈ। ਪ੍ਰਭ ਮਿਲਿਆ ਆਪ ਹਦੂਰ, ਤੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੋ ਅੰਗ ਸੰਗ ਸਦਾ ਨਾਲ ਵਸਦਾ ਸੀ, ਉਹ ਹਾਜ਼ਰ ਨਾਜ਼ਰ ਹੋਣ ਨਾਲ ਨਜ਼ਰ ਆਉਣ ਲੱਗ ਪਿਆ ਹੈ। ਆਪੇ ਰੰਗਣ ਰੰਗਿਓਣ ਸ਼ਬਦੇ ਲਿਓਨ ਮਿਲਾਏ। ਰੰਗਣ ਦਾ ਅਰਥ ਆ ਜੋ ਰੰਗੇ ਗਏ, ਗੁਰੂ ਵਰਗੇ ਬਣ ਗਏ। ਰੰਗਿਓਣ ਜਿਨ੍ਹਾਂ ਨੇ ਆਪਣੇ ਆਪ ਨੂੰ ਰੰਗ ਲਿਆ, ਸ਼ਬਦੇ ਲਿਓਨ ਮਿਲਾਏ, ਉਹਨਾਂ ਦਾ ਮਿਲਾਪ ਸ਼ਬਦ ਵਿੱਚ ਹੋ ਗਿਆ। ਸਭ ਕਹਿੰਦੇ ਆਪੇ ਰੰਗੇ ਰੰਗਿਓਣ, ਆਪੇ ਰੰਗਣ ਰੰਗਿਓਣ, ਜਿਨ੍ਹਾਂ ਨੇ ਆਪਣੇ ਆਪ ਤੇ ਮਿਹਨਤ ਕਰਨੀ ਸ਼ੁਰੂ ਕੀਤੀ, ਆਪਣੇ ਆਪ ਤੇ ਮਿਹਨਤ ਕਰਨੀ ਸ਼ੁਰੂ ਕੀਤੀ, ਗੁਰੂ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਸ਼ੁਰੂ ਕਰ ਲਿਆ, ਗੁਰੂ ਜੀ ਦੀ ਬਾਂਹ ਫੜ ਕੇ। ਉਹਨਾਂ ਨੂੰ ਗੁਰੂ ਜੀ ਨੇ ਆਪ ਹੀ ਗੁਰੂ ਦੇ ਸ਼ਬਦ ਦੇ ਵਿੱਚ ਰੰਗ ਦਿੱਤਾ, ਸ਼ਬਦੇ ਲਿਓਨ ਮਿਲਾਏ, ਤੇ ਸ਼ਬਦ ਗੁਰੂ ਜੀ ਦੇ ਗਿਆਨ ਨਾਲ ਮਿਲਾ ਕੇ ਉਹਨਾਂ ਨੂੰ ਸਦਾ ਵਾਸਤੇ ਸੱਚ ਦੇ ਨਾਲ ਜੋੜ ਦਿੱਤਾ। ਉਹਨਾਂ ਦੇ ਜੀਵਨ ਦੇ ਵਿੱਚੋਂ ਝੂਠ ਖਤਮ ਕਰ ਦਿੱਤਾ। ਆਪੇ ਰੰਗਣ ਰੰਗਿਓਣ ਸ਼ਬਦੇ ਲਿਓਨ ਮਿਲਾਏ, ਉਹਨਾਂ ਦਾ ਮਿਲਾਪ ਸ਼ਬਦ ਨਾਲ ਹੋ ਗਿਆ। ਹੁਣ ਉਹ ਕਿਸੇ ਹੋਰ ਨੂੰ ਨਹੀਂ, ਜੋਤਸ਼ੀਆਂ ਨੂੰ ਨਹੀਂ ਪੁੱਛਣ ਤੁਰਦੇ, ਆ ਪਖੰਡੀ ਸਾਧਾਂ ਦੇ ਕੋਲ ਨਹੀਂ ਹੁਣ ਜਾਂਦੇ। ਉਹ ਜਦੋਂ ਵੀ ਕਿਤੇ ਲੋੜ ਪੈਂਦੀ ਹੈ ਬਹਿੰਦੇ ਨੇ ਗੁਰੂ ਜੀ ਦੀ ਤਾਬਿਆ, ਗੁਰੂ ਜੀ ਨੂੰ ਪੁੱਛਦੇ, ਪਾਤਸ਼ਾਹ ਜੀ ਦੱਸੋ ਕੀ ਕਰਨਾ ਚਾਹੀਦਾ, ਤੇ ਗੁਰੂ ਸ਼ਬਦ ਜੀ ਬੜੇ ਪਿਆਰ ਨਾਲ ਜਵਾਬ ਦਿੰਦੇ ਨੇ, ਪੁੱਤਰਾ ਆ ਕਰ। ਹੁਣ ਗੁਰੂ ਜੀ ਨੂੰ ਪੁੱਛ ਪੁੱਛ ਕੇ, ਗੁਰੂ ਜੀ ਦੇ ਸ਼ਬਦ ਦੇ ਗਿਆਨ ਤੇ ਤੁਰ ਕੇ ਆਪਣੇ ਜੀਵਨ ਨੂੰ ਤੋਰ ਰਹੇ ਹਨ। ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਿਵ ਲਾਏ। ਜਿਹੜੇ ਬੰਦੇ ਪਰਿਪੂਰਨ ਪ੍ਰਮਾਤਮਾ ਦੇ ਸੱਚੇ ਪ੍ਰੇਮ ਦੇ ਵਿੱਚ ਰੰਗੇ ਜਾਂਦੇ ਹਨ, ਜਿਨ੍ਹਾਂ ਨੇ ਗੁਰੂ ਸ਼ਬਦ ਦੇ ਰਾਹੀਂ ਸਦਾ ਅਟਲ ਰਹਿਣ ਵਾਲੇ ਸੱਚੇ ਪ੍ਰੀਤਮ ਦੇ ਪ੍ਰੇਮ ਦੇ ਵਿੱਚ ਆਪਣੇ ਆਪ ਨੂੰ ਰੰਗ ਲਿਆ ਹੈ, ਫਿਰ ਇਹ ਸੱਚਾ ਰੰਗ ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਲਾ ਸਕਦੀ। ਫਿਰ ਭਾਵੇਂ ਦੇਗਾਂ 'ਚ ਉਬਾਲ ਦਿਓ, ਭਾਵੇਂ ਬੰਦ ਕੱਟ ਦਿਓ, ਦੁਨੀਆ ਦੀ ਫਿਰ ਕੋਈ ਐਸੀ ਤਾਕਤ ਨਹੀਂ ਜੋ ਐਸੇ ਗੁਰੂ ਦੇ ਸਿੱਖ ਉੱਪਰੋਂ ਗੁਰੂ ਦੀ ਦਾਤ, ਗੁਰੂ ਦੀ ਮੱਤ, ਗੁਰੂ ਦੇ ਗਿਆਨ ਦਾ ਜਾਂ ਗੁਰੂ ਜੀ ਦੇ ਪ੍ਰੇਮ ਦਾ ਰੰਗ ਲਾ ਦੇਵੇ। ਫਿਰ ਗੁਰੂ ਦਾ ਸਿੱਖ ਇੱਕ ਪਲ ਵੀ ਗੁਰੂ ਤੋਂ ਦੂਰ ਨਹੀਂ ਹੁੰਦਾ। ਚਾਰੇ ਕੁੰਡਾਂ ਭਵ ਥਕੇ ਮਨਮੁਖ ਬੂਝ ਨਾ ਪਾਏ। ਸਭ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਹੜੇ ਬੰਦੇ ਮਾਇਆ ਦੀ ਖਾਤਰ ਹਰ ਪਾਸੇ ਦੌੜਦੇ ਫਿਰਦੇ ਹਨ, ਸਭ ਕਹਿੰਦੇ ਭਟਕ ਕੇ ਥੱਕ ਜਾਂਦੇ ਹਨ। ਉਹਨਾਂ ਦਾ ਜੀਵਨ ਇੰਨਾ ਕਮਜ਼ੋਰ ਹੋ ਜਾਂਦਾ ਹੈ ਮਾਇਆ ਦੇ ਪਿੱਛੇ ਲੱਗ ਕੇ, ਉਹਨਾਂ ਦੀ ਜ਼ਮੀਰ ਮਰ ਜਾਂਦੀ ਹੈ, ਉਹ ਆਤਮਾ ਤੋਂ ਵਿਹੂਣੇ ਹੋ ਜਾਂਦੇ ਹਨ, ਉਹਨਾਂ ਦੀ ਆਤਮਾ ਮਰ ਜਾਂਦੀ ਹੈ, ਉਹਨਾਂ ਦੇ ਅੰਦਰੋਂ ਸੱਚ ਦੀ ਆਵਾਜ਼ ਖਤਮ ਹੋ ਜਾਂਦੀ ਹੈ, ਝੂਠ ਦਾ ਉਹਨਾਂ ਦੇ ਜੀਵਨ ਤੇ ਰੰਗ ਚੜ੍ਹ ਜਾਂਦਾ ਹੈ। ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਸਾਰੀ ਉਮਰ
ਕਿ ਜੀਵਨ ਦਾ ਸੱਚਾ ਰਾਹ ਕੀ ਹੈ, ਇਹ ਉਹਨਾਂ ਨੂੰ ਸੋਝੀ ਨਹੀਂ ਪੈਂਦੀ। ਚਾਰੇ ਕੁੰਡਾਂ ਭਵ ਥਕੇ। ਮਾਇਆ ਦੇ ਲਾਲਚ ਦੇ ਵਿੱਚ ਜਿਹੜੇ ਮਨ ਦੀ ਮੱਤ ਪਿੱਛੇ ਲੱਗਣ ਵਾਲੇ ਮਨੁੱਖ ਹਰ ਬੰਨੇ ਦੌੜਦੇ ਫਿਰਦੇ ਹਨ, ਆਖਰਕਾਰ ਉਹ ਥੱਕ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਜੀਵਨ ਦੀ ਸਹੀ ਸਮਝ, ਸਹੀ ਰਾਹ ਗੁਰੂ ਤੋਂ ਬਿਨਾਂ ਨਜ਼ਰ ਨਹੀਂ ਆਉਂਦੀ। ਉਹ ਇਹ ਸੋਚਦੇ ਨੇ ਆਪਣੀਆਂ ਸਿਆਣਪਾਂ ਨਾਲ ਅਸੀਂ ਪਰਮਾਤਮਾ ਦੇ ਘਰ ਨੂੰ ਪਾ ਲਵਾਂਗੇ, ਪਰ ਆਪਣੀਆਂ ਸਿਆਣਪਾਂ ਚਤੁਰਾਈਆਂ ਦੇ ਨਾਲ ਉਹ ਗੁਰਦੁਆਰੇ ਦੀਆਂ ਪਾਲਕੀਆਂ ਤੇ ਨਾਮ ਤੇ ਲਿਖਾ ਸਕਦੇ ਹਨ। ਗੁਰਮੁਖ ਬਣ ਕੇ ਗੁਰਦੁਆਰਿਆਂ ਦੀਆਂ ਅਰਦਾਸਾਂ ਦੀਆਂ ਪਰਚੀਆਂ ਦੇ ਵਿੱਚ ਤੇ ਨਾਂ ਬੁਲਾ ਸਕਦੇ ਹਨ, $100 ਗ੍ਰੰਥੀ ਸਿੰਘ ਨੂੰ ਦੇ ਕੇ। ਗੁਰਦੁਆਰਿਆਂ ਦੇ ਲੰਗਰਾਂ ਦੇ ਵਿੱਚ ਆਪਣੇ ਨਾਂ ਤੇ ਬੁਲਾ ਸਕਦੇ ਹਨ, ਮੇਰੇ ਵਰਗੇ ਪ੍ਰਚਾਰਕ ਨੂੰ ਖਰੀਦ ਕੇ, ਪਰ ਪਰਮਾਤਮਾ ਦੇ ਘਰ ਵਿੱਚ ਨਹੀਂ ਕੁਝ ਪ੍ਰਾਪਤ ਕਰ ਸਕਦੇ। ਉਹ ਉਦਣ ਵੀ ਉੱਥੇ ਨਾ ਪ੍ਰਵਾਨ ਸੀ, ਅੱਜ ਵੀ ਉੱਥੇ ਉਹ ਪ੍ਰਵਾਨ ਨਹੀਂ ਗੇ, ਕਿਉਂਕਿ ਉਹ ਜਿਹੜਾ ਜੀਵਨ ਪਰਮਾਤਮਾ ਨੂੰ ਚਾਹੀਦਾ ਉਹ ਉਹਨਾਂ ਨੇ ਨਹੀਂ ਬਣਾਇਆ। ਗੁਰਮਤਿ ਸਾਫ਼ ਕਹਿੰਦੀ ਹੈ, ਕੰਚਨ ਸਿਉ ਪਾਈਐ ਨਹੀਂ ਤੋਲ। ਆ ਸੋਨਾ ਧਨ ਦੌਲਤ ਅਮੀਰੀ ਰੁਤਬੇ ਇਹ ਸਾਂਭ ਕੇ ਰੱਖ ਦੂ ਆਪਣੇ ਕੋ, ਮੈਨੂੰ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਹਾਂ, ਜੇ ਮੇਰੇ ਨਾਲ ਕੋਈ ਰਿਸ਼ਤਾ ਪਾਉਣਾ ਹੈ, ਮਨ ਦੇ ਰਾਮ ਲਿਆ ਹੈ ਮੋਲ। ਜਿਹੜੀ ਚੀਜ਼ ਮੈਨੂੰ ਚਾਹੀਦੀ ਹੈ, ਆਪਣਾ ਮਨ ਉਹ ਮੈਨੂੰ ਦੇ ਦੇ ਤੇ ਮੈਨੂੰ ਲੈ ਜਾ। ਜਿਸ ਸਤਿਗੁਰੂ ਮੇਲੇ ਸੋ ਮਿਲੇ, ਜਿਸ ਸਤਿਗੁਰੂ ਮੇਲੇ ਸੋ ਮਿਲੈ, ਸੱਚਾ ਸ਼ਬਦ ਸਮਾਏ। ਸਭ ਕਹਿੰਦੇ, ਹੇ ਵਾਹਿਗੁਰੂ ਜੀ, ਆਪਣੀ ਮਤ ਦੇ ਪਿੱਛੇ ਤੁਰ ਕੇ ਵੇਖ ਲਿਆ ਹੈ, ਹੁਣ ਅਰਦਾਸ ਆ ਤੂੰ ਕਿਰਪਾ ਕਰੇ, ਤੂੰ ਮਿਲਾ ਲਵੇ ਮੇਰੀ ਬਾਂਹ ਫੜ ਲਾ, ਮੇਰੇ ਉੱਤੇ ਤਰਸ ਖਾ ਲਾ, ਮੇਰੇ ਤੇ ਪਿਆਰ ਕਰ ਮੇਰੇ ਨਾਲ, ਕਿ ਮੇਰੇ ਖਤੇ ਨਾ ਚਿਤਾਰੀ। ਹੇ ਮੇਰਿਆ ਪਾਤਸ਼ਾਹ, ਮੈਨੂੰ ਕਿਰਪਾ ਕਰਕੇ ਮੇਰੇ ਪਰਿਪੂਰਨ ਪ੍ਰਮਾਤਮਾ ਰੂਪੀ ਵਾਹਿਗੁਰੂ ਨਾਲ ਮੈਨੂੰ ਮਿਲਾ ਦਿਓ। ਜੇ ਸਤਿਗੁਰੂ ਮੇਲੇ ਸੋ ਮਿਲੈ, ਸੱਚੇ ਸ਼ਬਦ ਸਮਾਏ। ਫਿਰ ਜਿਸ ਮਨੁੱਖ ਤੇ ਗੁਰੂ ਜੀ ਆਪਣੀ ਪਿਆਰ ਦੀ ਦ੍ਰਿਸ਼ਟੀ ਕਰ ਦਿੰਦੇ ਹਨ, ਜਿਨ੍ਹਾਂ ਨੇ ਆਪਣਾ ਮਨ ਗੁਰੂ ਨੂੰ ਦੇ ਦਿੱਤਾ ਹੈ, ਫਿਰ ਗੁਰੂ ਜੀ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਹਨ ਤੇ ਗੁਰੂ ਜੀ ਦੀ ਗਿਆਨ ਤੇ ਉੱਤੇ ਤੁਰ ਕੇ ਫਿਰ ਪਰਮਾਤਮਾ ਹਾਜ਼ਰ ਨਾਜ਼ਰ ਮਾਨਵਤਾ 'ਚ ਨਜ਼ਰ ਆਉਣ ਲੱਗ ਪੈਂਦਾ ਹੈ। ਤੇ ਫਿਰ ਸਦਾ ਵਾਸਤੇ ਇਹ ਮਨ ਸੱਚਾ ਸ਼ਬਦ ਸਮਾਏ, ਸਦਾ ਵਾਸਤੇ ਫਿਰ ਇਹ ਮਨ ਗੁਰੂ ਜੀ ਦੇ ਸੱਚੇ ਅਟਲ ਸ਼ਬਦ ਰੂਪੀ ਸਿਧਾਂਤ ਦੇ ਵਿੱਚ ਟਿਕ ਜਾਂਦਾ ਹੈ। ਫਿਰ ਇਹ ਮਨ ਮਨਾਹੀਆਂ ਨਹੀਂ ਕਰਦਾ, ਗੁਰੂ ਦੀ ਮੱਤ ਤੇ ਚੱਲ ਕੇ ਆਪਣੇ ਜੀਵਨ ਨੂੰ ਵੀ ਸਵਾਰਦਾ ਹੈ ਤੇ ਗੁਰੂ ਦੇ ਹੁਕਮ ਤੇ ਪਹਿਰਾ ਦਿੰਦਾ ਹੈ। ਅਗਲੀਆਂ ਪੰਕਤੀਆਂ, ਚੌਥਾ ਬੰਦਿਆ, ਮਿੱਤਰ ਘਣੇਰੇ ਕਰ ਥਕੀ, ਮੇਰਾ ਦੁੱਖ ਕਾਟੈ ਕੋਏ। ਸਭ ਕਹਿੰਦੇ, ਹੇ ਪ੍ਰਭੂ ਜੀ, ਮੈਂ ਇਹ ਸੋਚਿਆ ਕਿ ਸ਼ਾਇਦ ਦੁਨਿਆਵੀ ਮਿੱਤਰਾਂ ਦੋਸਤਾਂ ਦੀਆਂ ਟੋਲੀਆਂ 'ਚ ਬਹਿ ਕੇ ਆਤਮਿਕ ਸੁੱਖ ਮਿਲ ਜਾਵੇਗਾ। ਮਨੁੱਖ ਕੀ ਕਰਦਾ ਹੈ, ਕਈ ਵਾਰੀ ਇਕੱਲਾ ਹੁੰਦਾ ਹੈ। ਮੈਂ ਜੀ ਉਦਾਸ ਹੋ ਰਿਹਾ ਸੀ, ਸੋਚਿਆ ਚਲੋ ਜਾ ਕੇ 4 ਮਿੱਤਰਾਂ ਦੀ ਟੋਲੀ 'ਚ ਬਹਿ ਕੇ ਤਾਸ਼ ਪੱਤੇ ਹੀ ਖੇਡ ਆਈਏ। ਆ ਵਿਦੇਸ਼ਾਂ 'ਚ ਨਾ ਗੁਰਦੁਆਰਿਆਂ 'ਚ ਤੁਸੀਂ ਦੇਖਿਓ, ਹੋਣਾ ਤੇ ਉੱਥੇ ਸੱਚ ਦੀ ਗੱਲ ਚਾਹੀਦੀ ਸੀ ਨਾ। ਅੱਜ ਸਪੈਸ਼ਲੀ ਉੱਥੇ ਇੱਕ ਸੈਂਟਰ ਬਣਾ ਦਿੱਤੇ ਨੇ ਵੀ ਆਓ ਬਜ਼ੁਰਗੋ ਜਿਹੜੇ ਵਿਹਲੜੇ ਆ ਨਾ, ਤੁਸੀਂ ਆ ਕੇ ਇੱਥੇ ਤਾਸ਼ ਪੱਤੇ ਖੇਡੋ। ਮੈਂ ਇੱਕ ਦਿਨ ਬੇਨਤੀ ਕਈ ਜਗ੍ਹਾ ਕਰਦਾ ਰਿਹਾ, ਬਈ ਆਹ ਜਿਹੜੇ ਤੁਸੀਂ ਵਿਹਲੇ ਬਹਿ ਕੇ ਤਾਸ਼ ਪੱਤੇ ਖੇਡਦੇ ਹੋ, ਫਿਰ ਆਵਾਜ਼ ਮਾਰਨਗੇ ਗੁਰਦੁਆਰੇ ਦੇ ਭਾਈ ਜੀ ਨੂੰ, ਉਹ ਭਾਈ ਜੀ ਚਾਹ ਨਹੀਂ ਪੁੱਛੀ ਅੱਜ ਤੁਸੀਂ ਸਾਨੂੰ। ਹੁਣ ਬੰਦਾ ਪੁੱਛਿਆ ਵਿਹਲੜਾ ਨੂੰ ਬੈਠਾ ਭਾਈ ਚਾਹ ਪਿਉਣ ਨੂੰ, ਭਾਈ ਜੀ ਦਾ ਕੰਮ ਆ, ਆਓ ਰਲ ਮਿਲ ਕੇ ਇਹ ਕਹੋ ਭਾਈ ਜੀ ਨੂੰ, ਭਾਈ ਜੀ ਬੈਠੇ ਹੋ ਤੁਸੀਂ ਵੀ ਵਿਹਲੇ, ਸਾਨੂੰ ਗੁਰਬਾਣੀ ਦੀ ਸੰਥਿਆ ਹੀ ਦੇ ਦਿਓ, 4 ਸ਼ਬਦ ਹੀ ਗੁਰਮਤਿ ਦੇ ਸਿਖਾ ਦਿਓ। ਪਰ ਮੈਂ ਹੈਰਾਨ ਹੁੰਦਾ, ਕੋਈ ਦਾਵਾ ਨਹੀਂ ਗਾ, ਕੋਈ ਗੱਲ ਗੁਰਮਤਿ ਦੀ ਨਹੀਂ ਗੀ, ਕੋਈ ਪ੍ਰੇਮ ਨਹੀਂ ਗਾ ਗੁਰੂ ਦਾ। ਬਸ ਗੁਰਦੁਆਰੇ ਤਾਸ਼ ਦੇ ਕੇਂਦਰ ਬਣਾ ਲਏ ਨੇ, ਕਿਉਂਕਿ ਅਸੀਂ ਇਹ ਸੋਚਦੇ ਹਾਂ ਕਿ ਗੁਰਦੁਆਰੇ ਜਾ ਕੇ ਤਾਸ਼ ਖੇਡ ਲਈ, ਮਨ ਪਰਚਾਵਾ ਕਰ ਲਿਆ, ਚਾਹ ਪਾਣੀ ਪੀਤਾ, ਜਲੇਬ ਖਾਧੇ, ਵੇਸਣ ਖਾ ਲਿਆ ਤੇ ਆ ਕੇ ਘਰ ਨੂੰ ਆ ਗਏ, ਵਾਹ ਜੀ ਵਾਹ ਗੁਰਦੁਆਰੇ ਜਾਏ ਬਾਬਾ ਜੀ। ਇਹ ਗੁਰਦੁਆਰੇ ਜਾਣਾ ਨਹੀਂ। ਸਤਿਗੁਰੂ ਕਹਿੰਦੇ, ਮਿੱਤਰ ਘਨੇਰੇ ਕਰ ਥਕੀ, ਮੇਰਾ ਦੁੱਖ ਕਾਟੈ ਕੋਏ। ਦੁਨੀਆ ਦੇ ਬਥੇਰੇ ਸੰਬੰਧੀਆਂ ਨੂੰ ਮਿੱਤਰ ਬਣਾ ਬਣਾ ਕੇ ਮੈਂ ਥੱਕ ਚੁੱਕੀ ਹਾਂ। ਹੁਣ ਇਹ ਪ੍ਰਭੂ ਜੀ ਸਮਝ ਨਹੀਂ ਆਉਂਦੀ, ਇਹ ਸਾਖ ਸੰਬੰਧੀ ਸਗੋਂ ਸੁੱਖ ਦੇਣ ਦੀ ਬਜਾਏ ਹੋਰ ਦੁਖੀ ਕਰਦੇ ਨੇ। ਤੁਸੀਂ ਦੱਸ ਜਾਣੇ ਹੋ,
ਸੱਚ ਜਾਣਿਓ, ਜੇ ਤੁਸੀਂ ਨਾ ਸਾਖ ਸੰਬੰਧੀ ਮਿੱਤਰਾਂ ਦੋਸਤਾਂ ਦੇ ਵਿੱਚ ਸੱਚ ਲੱਭਣ ਦੀ ਕੋਸ਼ਿਸ਼ ਕਰੋਗੇ, ਸੱਚ ਨਹੀਂ ਲੱਭਣਾ। ਅੰਤ ਨਿਰਾਸ਼ਤਾ, ਅੰਤਰ ਝੂਠ ਹੀ ਪੱਲੇ ਪੈਣਾ ਹੈ, ਕਿਉਂਕਿ ਇਹ ਝੂਠ ਦੇ ਹੀ ਬਣਾਏ ਹੋਏ ਨੇ, ਇਹ ਸਵਾਰਥੀ ਨੇ। ਤੁਸੀਂ ਸਾਡੇ ਘਰ ਆਉਂਗੇ, ਕੀ ਲੈ ਕੇ ਆਉਂਗੇ? ਅਸੀਂ ਤੁਹਾਡੇ ਘਰ ਜਾਵਾਂਗੇ, ਤੁਸੀਂ ਸਾਨੂੰ ਕੀ ਦਓਗੇ? ਇਹੀ ਹਾਲਾਤ ਹੈ। ਸਭ ਕਹਿੰਦੇ ਬਹੁਤ ਕਰਕੇ ਵੇਖ ਲੈ, ਇੱਧਰ ਉੱਧਰ ਘੁੰਮ ਕੇ ਵੇਖ ਲਿਆ, ਸਾਰੇ ਕਾਰੋਬਾਰ ਕਰਕੇ ਵੇਖ ਲੈ, ਪਰ ਦੁੱਖ ਜੀਵਨ ਵਿੱਚੋਂ ਨਹੀਂ ਕੱਟਿਆ ਗਿਆ, ਉਤਨਾ ਹੀ ਦੁੱਖ ਹੋਰ ਵੱਧਦਾ ਗਿਆ। ਮਿਲ ਪ੍ਰੀਤਮ ਦੁੱਖ ਕੱਟਿਆ, ਸ਼ਬਦ ਮਿਲਾਵਾ ਹੋਏ। ਹਾਂ, ਜਦੋਂ ਮੇਰਾ ਸਵਾਸਾਂ ਦਾ ਮਾਲਕ ਪ੍ਰੀਤਮ ਪ੍ਰਮਾਤਮਾ ਦੇ ਨਾਲ ਮੇਰੇ ਗੁਰੂ ਜੀ ਨੇ ਮੇਰਾ ਮਿਲਾਪ ਕਰਵਾ ਦਿੱਤਾ, ਗੁਰੂ ਸ਼ਬਦ ਦੇ ਨਾਲ ਜਦੋਂ ਮੇਰੀ ਸਾਂਝ ਬਣੀ, ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ, ਉਦੋਂ ਇਹ ਜੀਵਨ ਵਿੱਚੋਂ ਸਾਰੇ ਦੁੱਖ ਦੂਰ ਹੋ ਗਏ। ਗੁਰੂ ਦੇ ਸ਼ਬਦ ਦੇ ਨਾਲ ਜੀਵਨ ਦਾ ਮਿਲਾਪ ਬਣ ਗਿਆ। ਸੱਚ ਖਟਣਾ ਸੱਚ ਰਾਸ ਹੈ, ਸੱਚੇ ਸੱਚੀ ਸੋਏ। ਫਿਰ ਗੁਰੂ ਦੇ ਸ਼ਬਦ ਵਿੱਚੋਂ ਜਿਹੜੀ ਗੱਲ ਸਮਝ ਆਈ, ਹੁਣ ਹਰ ਵਕਤ ਇਹ ਮਨ ਸੱਚ ਦੇ ਗੁਣਾਂ ਨੂੰ ਖੱਟ ਰਿਹਾ ਹੈ। ਹੁਣ ਹਰ ਵਕਤ ਕੀ ਇਕੱਠਾ ਕਰ ਰਿਹਾ ਹੈ ਇਹ ਮਨ? ਪ੍ਰਮਾਤਮਾ ਦੇ ਗੁਣਾਂ ਨੂੰ, ਚੰਗੇ ਗੁਣਾਂ ਨੂੰ ਆਪਣੇ ਅੰਦਰ ਇਕੱਠਾ ਕਰ ਰਿਹਾ ਹੈ। ਸਮਝ ਪੈ ਗਈ ਹੈ ਸੱਚ ਰਾਸ ਹੈ, ਕਿਉਂਕਿ ਇਸ ਜੀਵਨ ਦੀ ਸਹੀ ਪੌਕਟ ਮਨੀ, ਸਹੀ ਰਾਸ ਪੂੰਜੀ ਸੱਚ ਹੀ ਹੈ। ਸੱਚੇ ਸੱਚੀ ਸੋਏ, ਇਸ ਸੱਚੇ ਦੇ ਨਾਲ ਜੁੜ ਕੇ ਹੀ ਮੇਰੀ ਸੋਭਾ ਵਡਿਆਈ ਜਗਤ ਵਿੱਚ ਹੋਣੀ ਹੈ। ਫਿਰ ਮਨੁੱਖ ਝੂਠ ਦਾ ਸਾਥ ਛੱਡ ਕੇ ਸੱਚ ਨਾਲ ਜੁੜ ਜਾਂਦਾ ਹੈ। ਆਖਰੀਆਂ ਪੰਕਤੀਆਂ, ਸੱਚ ਮਿਲੇ ਸੇ ਨਾ ਵਿਛੜੈ, ਨਾਨਕ ਗੁਰਮੁਖ ਹੋਏ। ਸਭ ਕਹਿੰਦੇ, ਹੇ ਨਾਨਕ ਜੀ, ਜਿਹੜੇ ਗੁਰੂ ਜੀ ਦੇ ਸਨਮੁਖ ਹੋ ਕੇ ਗੁਰੂ ਸ਼ਬਦ ਉੱਤੇ ਤੁਰ ਕੇ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚੋਂ ਮਨ ਆਈਆਂ ਮਨ ਮਤਾਂ ਕੱਢ ਦਿੱਤੀਆਂ ਨੇ ਤੇ ਗੁਰੂ ਦੇ ਮਤ ਨੂੰ ਅਪਣਾ ਲਿਆ ਹੈ, ਉਹ ਫਿਰ ਸਦਾ ਵਾਸਤੇ ਸੱਚ ਨਾਲ ਮਿਲ ਜਾਂਦੇ ਹਨ। ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਜੋ ਉਹਨਾਂ ਨੂੰ ਵਿਛੋੜ ਸਕੇ, ਪਰਮਾਤਮਾ ਤੋਂ ਤੋੜ ਸਕੇ। ਕੋਈ ਦੁਨੀਆ ਦੀ ਮਾਇਆ, ਜਾਲ, ਭਰਮ, ਭੁਲੇਖੇ ਫਿਰ ਕੋਈ ਐਸੇ ਗੁਰੂ ਦੇ ਸਿੱਖ ਨੂੰ ਭਟਕਾ ਨਹੀਂ ਸਕਦੇ, ਜਿਸ ਗੁਰੂ ਦੇ ਸਿੱਖ ਨੇ ਆਪਣਾ ਰਿਸ਼ਤਾ ਗੁਰੂ ਨਾਲ ਜੋੜ ਰਿਹਾ ਹੈ। ਧੰਨਵਾਦ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।